बहुत ही प्यारे बच्चों, मेरा नाम है सुखविंदर कौर, पंजाबी मिस्ट्रेस ਅਤੇ ਪੰਜਾਬੀ ਰਿਸੋਰਸ ਪਰਸਨ। ਬੱਚਿਓ, ਅੱਜ ਆਪਾਂ ਲੋਕ ਸਾਹਿਤ ਦੀ ਇੱਕ ਇਹੋ ਜਿਹੀ ਵੰਨਗੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਬਹੁਤ ਸੁੰਦਰ ਹੈ, ਅਤ ਸੁੰਦਰ ਹੈ। ਵਿਆਹ ਦੀਆਂ ਰੌਣਕਾਂ ਨੂੰ ਹੋਰ ਵੀ ਚਾਰ ਚੰਦ ਲਾ ਦਿੰਦੀ ਹੈ ਅਤੇ ਸਾਰਿਆਂ ਦੇ ਚਿਹਰਿਆਂ 'ਤੇ ਇੱਕ ਖੁਸ਼ੀਆਂ ਅਤੇ ਖੇੜੇ ਆ ਜਾਂਦੇ ਨੇ ਜਦੋਂ ਇਹ ਗਾਈਆਂ ਜਾਂਦੀਆਂ ਨੇ। ਅਤੇ ਤੁਸੀਂ ਬਿਲਕੁਲ ਸਮਝ ਗਏ ਹੋਵੋਗੇ ਕਿ ਮੈਂ ਕਿਹਨਾਂ ਦੀ ਗੱਲ ਕਰ ਰਹੀ ਹਾਂ। ਮੈਂ ਗੱਲ ਕਰ ਰਹੀ ਹਾਂ ਉਹ ਹਾਸੇ ਮਜ਼ਾਕ, ਉਹ ਰੌਣਕਾਂ ਦਾ ਇੱਕ ਵਿਸ਼ਾਲ ਰੂਪ ਜਿਨ੍ਹਾਂ ਨੂੰ ਆਪਾਂ ਸਿੱਠਣੀਆਂ ਕਹਿੰਦੇ ਹਾਂ। ਬੱਚੋ, ਸਿੱਠਣੀ ਲੋਕ ਕਾਵਿ ਰੂਪ ਵਿਆਹ ਦੀਆਂ ਰਸਮਾਂ ਨਾਲ ਸੰਬੰਧਿਤ ਹੈ। ਇਹ ਔਰਤਾਂ ਦੇ ਲੋਕ ਗੀਤ ਹਨ। ਕੁੜੀ ਦੇ ਵਿਆਹ ਵੇਲੇ ਮੇਲਣਾ ਸਿੱਠਣੀਆਂ ਰਾਹੀਂ ਲਾੜੇ ਨੂੰ ਉਸ ਦੇ ਮਾਪਿਆਂ, ਸਾਕ ਸੰਬੰਧੀਆਂ ਅਤੇ ਜਾਂਝੀਆਂ ਨੂੰ ਸੰਬੋਧਨ ਕਰਕੇ ਨੋਕ ਝੋਕ ਅਤੇ ਮਖੌਲ ਕਰਦੀਆਂ ਹਨ। ਸਿੱਠਣੀਆਂ ਇਸ ਤਰ੍ਹਾਂ ਮਿੱਠੀਆਂ ਮਿੱਠੀਆਂ ਗੱਲਾਂ, ਮਿੱਠੀਆਂ ਮਿੱਠੀਆਂ ਨੋਕ ਝੋਕ ਜੋ ਕਿ ਰਿਸ਼ਤੇਦਾਰਾਂ ਨੂੰ ਕੀਤੀਆਂ ਜਾਂਦੀਆਂ ਹਨ। ਸਿੱਠਣੀਆਂ ਵੰਨਗੀ ਦੇ ਲੋਕ ਗੀਤ ਸਦਾ ਨਿਭਦੀ ਰਹੀ ਕੁੜੀ ਵਾਲਿਆਂ ਦੀ ਧਿਰ ਵੱਲੋਂ ਗੁੱਬ ਗੁਬਾਹਟ ਕੱਢਣ ਦਾ ਵਸੀਲਾ ਬਣਦੀਆਂ ਹਨ। ਉਂਝ ਵੀ ਸਿੱਠਣੀਆਂ ਹਾਸ ਰਸ ਨਾਲ ਭਰਪੂਰ ਹੋਣ ਕਾਰਨ ਮਾਹੌਲ ਨੂੰ ਸਾਵਾਂ ਅਤੇ ਸੁਖਾਵਾਂ ਬਣਾ ਦਿੰਦੀਆਂ ਹਨ। ਇਹਨਾਂ ਵਿੱਚ ਲੁਕੇ ਵਿਅੰਗ, ਕਟਾਕਸ਼ ਅਤੇ ਮਸ਼ਕਰੀਆਂ ਵਿਆਹ ਦੀ ਖੁਸ਼ੀ ਦੇ ਵਾਤਾਵਰਨ ਨੂੰ ਵਿਸ਼ੇਸ਼ ਰੰਗ ਵਿੱਚ ਰੰਗ ਦਿੰਦੀਆਂ ਹਨ। ਵਿਆਹ ਦਾ ਮੌਕਾ ਸਿੱਠਣੀਆਂ ਦਿੰਦੀਆਂ ਔਰਤਾਂ ਨੂੰ ਸਦਾਚਾਰਕ ਬੰਦੇਜਾਂ ਅਤੇ ਸੰਕੋਚਾਂ ਤੋਂ ਕੁਝ ਖੁੱਲ੍ਹ ਵੀ ਦੇ ਦਿੰਦਾ ਹੈ। ਸਿੱਠਣੀਆਂ ਵਿੱਚ ਆਮ ਤੌਰ 'ਤੇ ਮੁੰਡੇ ਵਾਲਿਆਂ ਦੇ ਪਹਿਰਾਵੇ, ਖਾਣ ਪੀਣ ਦੀਆਂ ਆਦਤਾਂ ਅਤੇ ਉਹਨਾਂ ਦੇ ਰੰਗ ਵੰਨ ਉੱਤੇ ਟਕੋਰਾਂ ਕੱਸੀਆਂ ਜਾਂਦੀਆਂ ਹਨ। ਇਹਨਾਂ ਵਿੱਚ ਮੁੰਡੇ ਅਤੇ ਉਸਦੇ ਪਿਓ ਨੂੰ ਤਾਂ ਸਿੱਧੇ ਤੌਰ 'ਤੇ ਹੀ ਮਖੌਲ ਕੀਤਾ ਜਾਂਦਾ ਹੈ। ਨਾਲ ਹੀ ਉਸਦੇ ਘਰ ਬੈਠੀਆਂ ਮਾਵਾਂ ਭੈਣਾਂ ਅਤੇ ਹੋਰ ਨੇੜਲੇ ਰਿਸ਼ਤੇ ਦੀਆਂ ਇਸਤਰੀਆਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ। ਇਹ ਸਾਰਾ ਕੁਝ ਕਲਪਿਤ ਅਤੇ ਫਰਜ਼ੀ ਹੁੰਦਾ ਹੈ। ਇਸ ਲਈ ਸਿੱਠਣੀਆਂ ਰਾਹੀਂ ਕਿਤੇ ਵਿਅੰਗ ਦੀ ਕੋਈ ਸੀਮਾ ਨਹੀਂ ਹੁੰਦੀ। ਮੁੰਡੇ ਦੇ ਮਾਂ ਪਿਓ ਦੀ ਸਰੀਰਕ ਬਣਤਰ, ਉਸਦੇ ਪਿਛੋਕੜ ਬਾਰੇ ਅਤੇ ਉਸਦੇ ਘਰ ਦੀ ਕੰਜੂਸੀ, ਆਲਸ, ਮੂਰਖਤਾ ਆਦਿ ਬਾਰੇ ਚੋਭਾਂ ਮਾਰੀਆਂ ਜਾਂਦੀਆਂ ਹਨ। ਵਿਆਹ ਸੰਬੰਧਾਂ ਰਾਹੀਂ ਬਣੇ ਉਚੇਚੇ ਰਿਸ਼ਤੇਦਾਰਾਂ, ਜਿਨ੍ਹਾਂ ਦੀਆਂ ਉਂਝ 100 ਖਾਤਰਾਂ ਕੀਤੀਆਂ ਜਾਂਦੀਆਂ ਹਨ, ਨੂੰ ਸਿੱਠਣੀਆਂ ਦੇ ਕੇ ਉਹਨਾਂ ਪ੍ਰਤੀ ਸੰਕੋਚ ਅਤੇ ਝਿਜਕ ਨੂੰ ਘਟਾਇਆ ਜਾਂਦਾ ਹੈ। ਸਿੱਠਣੀਆਂ ਔਰਤਾਂ ਵੱਲੋਂ ਰਲ ਕੇ ਦਿੱਤੀਆਂ ਜਾਂਦੀਆਂ ਹਨ, ਇਸ ਲਈ ਗਾਉਣ ਦੀ ਲੋੜ ਮੁਤਾਬਕ ਇਹਨਾਂ ਵਿੱਚ ਮੌਕੇ ਅਨੁਸਾਰ ਵਾਧਾ ਘਾਟਾ ਕਰ ਲਿਆ ਜਾਂਦਾ ਹੈ। ਇਸ ਵੰਨਗੀ ਦੇ ਲੋਕ ਗੀਤ ਦੀ ਮਹੱਤਤਾ ਇਸ ਕਾਰਨ ਵੀ ਹੈ ਕਿ ਇਹ ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਅਤੇ ਹਾਸ ਰਸ ਨਾਲ ਭਰਪੂਰ ਸੁਭਾਅ ਦੇ ਅਨੁਕੂਲ ਹੋਣ ਦੇ ਨਾਲ ਨਾਲ ਲੋਕ ਮਨ ਦੀਆਂ ਕਈ ਅਣਫੋਲੀਆਂ ਡੂੰਘੀਆਂ ਪਰਤਾਂ ਨੂੰ ਉਜਾਗਰ ਕਰਦੀਆਂ ਹਨ। ਬੱਚਿਓ, ਜਿਹੜੀ 11ਵੀਂ ਦੀ ਪਾਠ ਪੁਸਤਕ ਹੈ ਨਾ, ਉਹਦੇ ਵਾਸਤੇ ਕੁਝ ਜੋ ਸਿੱਠਣੀਆਂ ਨੇ ਚੁਣੀਆਂ ਗਈਆਂ ਨੇ। ਉਂਝ ਤਾਂ ਸਿੱਠਣੀਆਂ ਦਾ ਬਹੁਤ ਵਿਸ਼ਾਲ ਭੰਡਾਰ ਹੈ, ਬਹੁਤ ਜ਼ਿਆਦਾ। ਪਰ ਸਮੱਸਿਆ ਇਹ ਹੈ ਕਿ ਵਿਸ਼ਾਲ ਭੰਡਾਰ ਬਹੁਤ ਅਲੋਪ ਹੋ ਚੁੱਕਿਆ। ਬੱਚਿਓ, ਜੋ ਬਜ਼ੁਰਗ ਸੀ ਬਹੁਤ ਸਾਰੇ ਉਹ ਆਪਣੇ ਨਾਲ ਹੀ ਲੈ ਕੇ ਇਹਨੂੰ ਸਦਾ ਵਾਸਤੇ ਚਲੇ ਗਏ, ਕਿਉਂਕਿ ਆਪਾਂ ਉਹਨਾਂ ਨੂੰ ਸਾਂਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੋ ਬਚ ਗਈਆਂ ਉਹ ਸਿੱਖਿਆ ਵਿਭਾਗ ਵੱਲੋਂ ਤੁਹਾਡੇ ਸਿਲੇਬਸ ਦੇ ਵਿੱਚ ਪਾਈਆਂ ਗਈਆਂ ਨੇ ਅਤੇ ਤੁਸੀਂ ਉਸ ਨੂੰ ਪੜ੍ਹਦੇ ਹੋ। ਅਤੇ ਬਾਕੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਬੱਚਿਓ, ਇਹਨਾਂ ਨੂੰ ਬਿਲਕੁਲ ਹੀ ਭੁੱਲਦੀ ਜਾ ਰਹੀ ਹੈ। ਮੰਨਿਆ ਕਿ ਅੱਜ ਕੱਲ੍ਹ ਆਪਾਂ ਹੋਰ ਸੱਭਿਆਚਾਰਾਂ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਅਪਣਾ ਰਹੇ ਹਾਂ, ਪਰ ਬੱਚਿਓ ਆਪਾਂ ਨੂੰ ਆਪਣੀਆਂ ਜੋ ਵਿਰਾਸਤ ਹੈ, ਆਪਣੀਆਂ ਚੀਜ਼ਾਂ ਹਨ, ਆਪਣੀਆਂ ਗੱਲਾਂ ਹਨ, ਆਪਣੀਆਂ ਬੁਝਾਰਤਾਂ, ਲੋਕ ਗੀਤ, ਅਖਾਣਾਂ, ਉਹਨਾਂ ਨੂੰ ਵੀ ਨਹੀਂ ਵਿਸਾਰਨਾ ਚਾਹੀਦਾ। ਅਗਰ ਆਪਾਂ ਉਹਨਾਂ ਨੂੰ ਵਿਸਾਰ ਦਾਂਗੇ ਤਾਂ ਆਪਾਂ ਆਪਣਾ ਆਪਾ ਹੀ ਗਵਾ ਦਾਂਗੇ। ਆਪਾਂ ਨੂੰ ਕੋਈ ਕੁਝ ਪੁੱਛੇ ਆਪਣੇ ਵਿਰਾਸਤ ਦੇ ਬਾਰੇ ਤਾਂ ਆਪਾਂ ਕੀ ਜਵਾਬ ਦਿਆਂਗੇ ਉਹਨਾਂ ਨੂੰ? ਠੀਕ ਹੈ ਨਾ? ਤਾਂ ਆਪਾਂ ਨੂੰ ਸੋਚਣਾ ਚਾਹੀਦਾ ਬੱਚਿਓ, ਤੁਸੀਂ ਭਵਿੱਖ ਹੋ। ਠੀਕ ਹੈ, ਚਲੋ ਫਿਰ ਆਪਾਂ ਕੁਝ ਸਿੱਠਣੀਆਂ ਪੜ੍ਹਾਂਗੇ ਨਹੀਂ ਬੱਚਿਓ ਆਪਾਂ, ਕਿਉਂਕਿ ਸਿੱਠਣੀਆਂ ਕਦੇ ਵੀ ਪੜ੍ਹੀਆਂ ਨਹੀਂ ਜਾਂਦੀਆਂ ਹੁੰਦੀਆਂ, ਇਹਨਾਂ ਨੂੰ ਗਾ ਕੇ ਹੀ ਪੇਸ਼ ਕੀਤਾ ਜਾਂਦਾ ਹੁੰਦਾ ਹੈ। ਚਲੋ ਫਿਰ, ਸਭ ਤੋਂ ਪਹਿਲੀ ਸਿੱਠਣੀ ਹੈ ਜੋ ਉਹ ਇਸ ਪ੍ਰਕਾਰ ਹੈ।
ਜਾਂਜੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ, ਜਾਂਜੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ, ਇਹਨਾਂ ਦੇ ਤੋੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ, ਇਹਨਾਂ ਦੇ ਤੋੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ। ਜਾਂਜੀ ਉਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ, ਜਾਂਜੀ ਉਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ, ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ, ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ। ਜਾਂਜੀ ਉਸ ਪਿੰਡੋਂ ਆਏ ਜਿੱਥੇ ਟਾਹਲੀ ਵੀ ਨਾ, ਜਾਂਜੀ ਉਸ ਪਿੰਡੋਂ ਆਏ ਜਿੱਥੇ ਟਾਹਲੀ ਵੀ ਨਾ, ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ, ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ। ਸੋ ਦੇਖਿਆ ਬੱਚੋ, ਮਜ਼ਾਕ ਦੇ ਰੂਪ ਦੇ ਵਿੱਚ ਜਾਂਜੀ ਜੋ ਬਰਾਤੀ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਮਜ਼ਾਕ ਕੀਤਾ ਜਾਂਦਾ ਹੈ। ਅਤੇ ਬੱਚੋ ਇਹਨਾਂ ਨੂੰ ਗੁੱਸੇ ਦੇ ਵਿੱਚ ਬਿਲਕੁਲ ਵੀ ਨਹੀਂ, ਕਦੇ ਵੀ ਨਹੀਂ ਲਿਆ ਜਾਂਦਾ, ਸਗੋਂ ਖੁਸ਼ ਹੁੰਦੇ ਨੇ ਸੁਣ ਕੇ। ਅਤੇ ਪਹਿਲਾਂ ਲੋਕ ਸਗੋਂ ਵਿਚਾਰ ਕਰਦੇ ਸੀ ਜੇ ਸਿੱਠਣੀਆਂ ਨਹੀਂ ਸੀ ਦਿੱਤੀਆਂ ਜਾਂਦੀਆਂ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਉੱਥੇ ਗਏ ਹਾਂ, ਸਾਡੀ ਕਦਰ ਹੀ ਨਹੀਂ। ਇਹ ਜਦੋਂ ਜਾਂਜੀ ਆਉਂਦੇ ਨੇ ਹੈ ਨਾ, ਜਾਂਜੀ ਹੁਣ ਆਪਾਂ ਨੂੰ ਪਤਾ ਵੀ ਅੱਜ ਕੱਲ੍ਹ ਜਾਂਜੀ ਆਉਂਦੇ ਨੇ ਫਟਾਫਟ ਚਲੇ ਜਾਂਦੇ ਨੇ, ਪੈਲਸਾਂ ਦੇ ਵਿੱਚ ਵਿਆਹ ਹੁੰਦੇ ਨੇ, ਸਮੇਂ ਦੇ ਅਨੁਸਾਰ ਸਭ ਕੁਝ ਬਦਲ ਗਿਆ ਏ। ਪਹਿਲਾਂ ਬਰਾਤ ਜਿਹੜੀ ਸੀ ਬੱਚੋ 2-2 3-3 ਦਿਨ ਰਹਿੰਦੀ ਸੀ, ਕਿਉਂਕਿ ਉਹ ਦੂਰੋਂ ਆਉਂਦੀ ਸੀ, ਆਉਣ ਜਾਣ ਦੇ ਜੋ ਸਾਧਨ ਸਨ ਉਹ ਘੱਟ ਸਨ ਹੈ ਨਾ। ਸੋ ਇਸ ਕਰਕੇ ਉਹ 2-2 3-3 ਦਿਨ ਉੱਥੇ ਰੁਕਦੇ ਸਨ ਅਤੇ ਵਿਆਹ ਦੇਖਣ ਵਾਲੇ ਹੁੰਦੇ ਸਨ। ਅਤੇ ਇੰਨੀ ਰੌਣਕ ਲੱਗੀ ਹੁੰਦੀ ਸੀ, ਚਾਰੇ ਪਾਸੇ ਖੁਸ਼ੀਆਂ ਖੇੜੇ, ਹਾਸੇ ਮਜ਼ਾਕ ਹੈ ਨਾ। ਤਾਂ ਫਿਰ ਇਸ ਦੇ ਵਿੱਚ ਕੀ ਕਿਹਾ ਗਿਆ, ਜਾਂਜੀ ਕੌਣ ਹੁੰਦੇ ਨੇ ਬੱਚੋ, ਬਰਾਤੀ ਹੁੰਦੇ ਨੇ ਹੈ ਨਾ। ਤਾਂ ਇਹਨਾਂ ਨੇ ਕਿਹਾ ਵੀ ਜਾਂਜੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ, ਰੁੱਖ ਵੀ ਨਾ ਹੈ ਨਾ, ਵੀ ਇਹਨਾਂ ਦਾ ਜੋ ਪਿੰਡ ਹੈ ਨਾ ਉਹ ਸਾਰਾ ਹੀ ਰੁੱਖਾ ਸੁੱਖਾ, ਉੱਥੇ ਕੋਈ ਵੀ ਰੁੱਖ ਨਹੀਂ, ਉਹਦੇ ਜਿਹੜੇ ਚਿਹਰੇ 'ਤੇ ਪਿੰਡ ਦੇ ਮੁਹਾਂਦਰੇ 'ਤੇ ਬਿਲਕੁਲ ਰੌਣਕ ਨਹੀਂ ਹੈ, ਕਿਉਂਕਿ ਦਰਖਤਾਂ ਨਾਲ ਹੀ ਰੌਣਕ ਹੁੰਦੀ ਹੈ ਨਾ, ਅਤੇ ਬਿਲਕੁਲ ਰੌਣਕ ਨਹੀਂ ਹੈ। ਅਤੇ ਕੁੜੀ ਦੇ ਘਰ ਦੀਆਂ ਇਸਤਰੀਆਂ ਸ਼ਰੀਕਣਾ ਅਤੇ ਮੇਲਣਾ ਜਾਂਝੀਆਂ ਨੂੰ ਇਹ ਸਿੱਠਣੀ ਦਿੰਦੀਆਂ ਹਨ, ਠੀਕ ਹੈ। ਤਾਂ ਫਿਰ ਉਸ ਤੋਂ ਬਾਅਦ ਕਹਿੰਦੀਆਂ ਨੇ ਉਹ ਵੀ ਜਾਂਜੀ ਉਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ। ਤੂਤ ਕੀ ਹੁੰਦਾ ਬੱਚੋ, ਦਰਖਤ ਨੂੰ ਕਿਹਾ ਗਿਆ ਵੀ। ਅਤੇ ਅੱਜ ਕੱਲ੍ਹ ਸਮੇਂ ਦੇ ਨਾਲ ਇਹ ਪਿੰਡਾਂ 'ਚ ਹੀ ਦੇਖਣ ਨੂੰ ਮਿਲਦੇ ਨੇ। ਤੂਤ ਦੇ ਲੋਕ ਤੂਤੀਆਂ ਖਾਂਦੇ ਸਨ, ਜਿਵੇਂ ਆਪਣੇ ਬੋਈਏ ਹੁੰਦੇ ਨੇ, ਟੋਕਰੇ ਹੁੰਦੇ ਨੇ ਬੱਚੋ, ਤੂਤ ਦੀ ਛਟੀ ਦੇ ਨਾਲ ਬਣਦੇ ਨੇ ਇਹ, ਅਤੇ ਬਹੁਤ ਗੁਣ ਹੁੰਦੇ ਨੇ ਤੂਤ ਦੀ ਛਟੀ ਦੇ ਵਿੱਚ ਹੈ ਨਾ, ਅਤੇ ਦਰਖਤ ਦੇ ਵਿੱਚ ਵੀ। ਤਾਂ ਪਹਿਲਾਂ ਇਹ ਜ਼ਰੂਰੀ ਹੁੰਦੇ ਸੀ ਕਿਉਂਕਿ ਟੋਕਰਿਆਂ ਦੀ ਜ਼ਰੂਰਤ ਹੁੰਦੀ ਸੀ, ਬੋਈਆਂ ਦੀ ਜ਼ਰੂਰਤ ਹੁੰਦੀ ਸੀ, ਜਿਨ੍ਹਾਂ 'ਚ ਆਪਾਂ ਸਮਾਨ ਰੱਖਦੇ ਹਾਂ, ਰੋਟੀਆਂ ਰੱਖੀਆਂ ਜਾਂਦੀਆਂ ਨੇ ਹੈ ਨਾ। ਅਤੇ ਪਰ ਅੱਜ ਕੱਲ੍ਹ ਸਾਰਾ ਕੁਝ ਬਾਜ਼ਾਰੋਂ ਮਿਲ ਜਾਂਦਾ, ਅਤੇ ਪਰ ਇਹਨਾਂ ਦੀ ਜੋ ਅਹਿਮੀਅਤ ਹੁੰਦੀ ਹੈ, ਜੋ ਗੁਣ ਹੁੰਦੇ ਨੇ, ਉਹ ਕਦੇ ਵੀ ਆਪਾਂ ਵਿਸਾਰ ਨਹੀਂ ਸਕਦੇ, ਇਹ ਅਲੋਪ ਹੁੰਦੇ ਜਾ ਰਹੇ ਨੇ। ਸੋ ਪਿੰਡਾਂ ਦੇ ਵਿੱਚ ਇਹਦੀ ਬਹੁਤ ਜ਼ਰੂਰਤ ਹੁੰਦੀ ਸੀ। ਤਾਂ ਉਹ ਖਾਸ ਕਰਕੇ ਕਹਿੰਦੀਆਂ ਸਨ ਵੀ ਉਸ ਪਿੰਡੋਂ ਆਏ ਨੇ ਜਿੱਥੇ ਤੂਤ ਵੀ ਨਾ, ਵੀ ਇਹੋ ਜਿਹਾ ਪਿੰਡ ਹੈ ਵੀ ਜਿੱਥੇ ਇੱਕ ਜਿਹੜੀ ਤੂਤ ਇੰਨੀਆਂ ਲੋੜਾਂ ਪੂਰੀਆਂ ਕਰਦਾ ਏ ਉਹ ਦਰਖਤ ਵੀ ਨਹੀਂ ਹੈਗਾ। ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ, ਵੀ ਇਹਨਾਂ ਦੇ ਮੂੰਹ ਕਿਹੋ ਜਿਹੇ ਨੇ, ਬਿਲਕੁਲ ਖੱਪੜਾਂ ਵਰਗੇ ਨੇ, ਠੀਕ ਹੈ ਨਾ, ਭੈੜੇ ਮੂੰਹ ਨੇ, ਵੀ ਇਹਨਾਂ 'ਤੇ ਸੁੰਦਰਤਾ ਜਿਹੜੀ ਬਿਲਕੁਲ ਵੀ ਨਹੀਂ ਹੈਗੀ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਆ ਗਿਆ ਵੀ ਜਾਂਜੀ ਉਸ ਪਿੰਡੋਂ ਆਏ ਜਿੱਥੇ ਟਾਹਲੀ ਵੀ ਨਾ। ਜਿਸ ਤਰ੍ਹਾਂ ਆਪਾਂ ਰੁੱਖਾਂ ਦੀ ਗੱਲ ਕੀਤੀ ਸੀ ਸਭ ਤੋਂ ਪਹਿਲਾਂ, ਫਿਰ ਤੂਤ ਦੀ ਗੱਲ ਕੀਤੀ ਸੀ, ਹੁਣ ਆਪਾਂ ਗੱਲ ਕੀਤੀ ਹੈ ਬੱਚੋ ਟਾਹਲੀ ਦੀ। ਟਾਹਲੀ ਵੀ ਇੱਕ ਦਰਖਤ ਬਹੁਤ ਗੁਣਾਕਾਰ ਆ ਬੱਚੋ। ਜਿੰਨਾ ਵੀ ਫਰਨੀਚਰ ਆਪਾਂ ਬਣਾਉਂਦੇ ਹਾਂ, ਠੀਕ ਹੈ ਨਾ, ਇਹ ਸਾਰਾ ਜੇ ਟਾਹਲੀ ਦਾ ਬਣਿਆ ਹੁੰਦਾ ਤਾਂ ਇਹ ਬਹੁਤ ਲੰਮੀ ਉਮਰ ਵਾਲਾ ਹੁੰਦਾ ਹੈ। ਅਤੇ ਇਸ ਕਰਕੇ ਟਾਹਲੀ ਦਾ ਜੋ ਦਰਖਤ ਹੈ ਬਹੁਤ ਜ਼ਰੂਰਤ ਜਿਹੜੀ ਇਨਸਾਨ ਦੀਆਂ ਪੂਰੀਆਂ ਕਰਦਾ ਹੈ, ਲੋੜਾਂ ਪੂਰੀਆਂ ਕਰਦਾ ਹੈ ਨਾ। ਇਸ ਕਰਕੇ ਇਹਦਾ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਨੇ ਕਿਹਾ ਵੀ ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ। ਲਾਲੀ ਝਲਕਣਾ ਮੂੰਹ 'ਤੇ ਇੱਕ ਵਧੀਆ ਨਿਸ਼ਾਨੀ ਹੁੰਦੀ ਹੈ ਨਾ, ਆਪਾਂ ਕਹਿੰਦੇ ਵੀ ਉਹਦੀ ਸੁੰਦਰਤਾ ਬਹੁਤ ਆ, ਉਹਦੇ ਮੂੰਹ 'ਚੋਂ ਲਾਲੀ ਚੋਂਦੀ ਹੈ, ਠੀਕ ਹੈ ਨਾ। ਅਗਰ ਪੀਲਾ ਡੱਡੂ ਮੂੰਹ ਕਾਹਦੀ ਬਿਮਾਰ ਹੋਣ ਦੀ ਨਿਸ਼ਾਨੀ ਹੁੰਦੀ ਹੈ ਨਾ, ਤਾਂ ਵੀ ਇਹ ਜਿਹੇ ਮੂੰਹ ਨੇ, ਇਹਨਾਂ ਦੇ ਮੂੰਹ 'ਤੇ ਇੱਕ ਲਾਲੀ ਵੀ ਨਹੀਂ ਹੈਗੀ, ਵੀ ਬਿਲਕੁਲ ਸੁੰਦਰ ਨਹੀਂ ਹੈਗੇ।
ਸੋ ਪਹਿਲੀ ਸਿੱਠਣੀ ਦੇ ਵਿੱਚ ਆਪਾਂ ਗੱਲ ਕੀਤੀ ਹੈ, ਰੁੱਖਾਂ ਦੀ ਗੱਲ ਕਰਤੀ, ਠੀਕ ਆ, ਜਿਹਦੇ ਵਿੱਚ ਤੂਤ ਵੀ ਆ ਗਏ ਅਤੇ ਟਾਹਲੀ ਵੀ ਆ ਗਈ। ਠੀਕ ਹੈ ਬੱਚਿਓ। ਫਿਰ ਉਸ ਤੋਂ ਬਾਅਦ ਆ ਗਈ ਜਿਹੜੀ ਦੂਜੀ ਸਿੱਠਣੀ ਹੈ, ਉਹ ਕਿੱਦਾਂ ਹੈ ਆਪਾਂ ਦੇਖਦੇ ਹਾਂ। 12 ਮਹੀਨੇ ਅਸ ਤੱਕਣ ਤੱਕਿਆ, ਫੇਰ ਵੀ ਲਾੜਾ ਤੁਸੀਂ ਕਾਲਾ ਹੀ ਰੱਖਿਆ, ਸਾਬਣ ਲਾਣਾ ਸੀ ਬਈ ਸਾਬਣ ਲਾਣਾ ਸੀ, ਨਿਲਜਿਓ ਲੱਜ ਤੁਹਾਨੂੰ ਨਹੀਂ। 12 ਮਹੀਨੇ ਅਸੀਂ ਤੱਕਣ ਤੱਕਿਆ, ਫੇਰ ਵੀ ਲਾੜਾ ਤੁਸੀਂ ਕਾਲਾ ਹੀ ਰੱਖਿਆ, ਸਾਬਣ ਲਾਣਾ ਸੀ ਸਾਬਣ ਲਾਣਾ ਸੀ, ਨਿਲਜਿਓ ਲੱਜ ਤੁਹਾਨੂੰ ਨਹੀਂ। ਠੀਕ ਹੈ ਨਾ। ਦੇਖੋ ਕਿੰਨਾ ਪਿਆਰਾ ਲੈਅ ਦੇ ਵਿੱਚ ਬੱਚੋ ਇਹ ਵਾਲੀ ਸਿੱਠਣੀ ਹੈ ਨਾ, ਜਿਹੜੀ ਪੂਰੀ ਦੀ ਪੂਰੀਆਂ ਇਹਦੇ ਵਿੱਚ ਬਹੁਤ ਸਾਰੀਆਂ ਆ ਜਾਂਦੀਆਂ ਨੇ। ਸੋ ਇਹਦੇ ਵਿੱਚ ਆਪਾਂ ਕਹਿੰਦੇ ਵੀ 12 ਮਹੀਨੇ ਕਾਹਦੀ ਨਿਸ਼ਾਨੀ ਹੁੰਦੀ ਹੈ? 12 ਮਹੀਨੇ ਸਾਲ ਦੀ ਨਿਸ਼ਾਨੀ ਹੁੰਦੀ ਹੈ ਨਾ, ਵੀ ਵਿਆਹ ਸਮੇਂ ਕੁੜੀ ਦੇ ਘਰ ਇਕੱਠੀਆਂ ਹੋਈਆਂ ਸ਼ਰੀਕਣਾਂ ਅਤੇ ਮੇਲਣਾ ਗਾਉਂਦੀਆਂ ਹੋਈਆਂ ਜਾਂਝੀਆਂ ਨੂੰ ਸੰਬੋਧਨ ਕਰਕੇ ਕਹਿੰਦੀਆਂ ਹਨ ਕਿ 12 ਮਹੀਨਿਆਂ ਤੋਂ ਉਹ ਲਾੜੇ ਦੇ ਢੁੱਕਣ ਦੀਆਂ ਉਡੀਕ ਕਰਦੀਆਂ ਰਹੀਆਂ। ਠੀਕ ਹੈ ਨਾ, ਵੀ ਲਾੜਾ ਆਊਗਾ, 12 ਮਹੀਨੇ ਹੋ ਗਏ, ਫਿਰ ਵੀ ਲਾੜਾ ਕੀ ਹੋਇਆ? ਕਾਲੇ ਦਾ ਕਾਲਾ ਰਿਹਾ, ਵੀ ਤੁਸੀਂ ਬਿਲਕੁਲ ਵੀ ਇਹਨੂੰ ਨਿਖਾਰਿਆ ਨਹੀਂ ਹੈਗਾ। ਸਾਬਣ ਲਾਣਾ ਸੀ, ਮਤਲਬ ਤੁਸੀਂ ਇਹਦੀ ਪੂਰੀ ਦੇਖ ਰੇਖ ਕਰਨੀ ਸੀ, ਸਾਬਣ ਲਾ ਲਾ ਕੇ ਨਵਾਉਣਾ ਸੀ, ਜਿੰਨੀ ਮੈਲ ਸੀ ਉਹ ਉਤਾਰ ਦੇਣੀ ਸੀਗੀ। ਨਿਲਜਿਓ ਲੱਜ ਤੁਹਾਨੂੰ ਨਹੀਂ। ਠੀਕ ਹੈ ਨਾ, ਵੀ ਤੁਹਾਨੂੰ ਇੰਨੀ ਕੁ ਵੀ ਸ਼ਰਮ ਨਹੀਂ ਵੀ ਤੁਹਾਡੇ ਮਤਲਬ ਮੁੰਡੇ ਦਾ ਵਿਆਹ ਹੈ ਜਿਸ ਦਾ ਉਹਨੂੰ ਗੋਰਾ ਚਿੱਟਾ ਬਣਾ ਦਈਏ। ਠੀਕ ਹੈ ਨਾ। ਹਾਸੇ ਮਜ਼ਾਕ ਦੇ ਵਿੱਚ ਇਹ ਕਿਹਨੂੰ ਕਿਹਾ ਗਿਆ? ਲਾੜੇ ਨੂੰ ਕਿਹਾ ਗਿਆ। ਠੀਕ ਹੈ ਨਾ। ਅਤੇ ਆਉਣ ਵਾਲੇ ਜਿਹੜੇ ਜਾਂਝੀ ਨੇ ਉਹਨਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਵੀ ਤੁਹਾਨੂੰ ਬਿਲਕੁਲ ਲੱਜ ਨਹੀਂ, ਵੀ ਜਿੱਦਾਂ ਦਾ ਲਾੜਾ ਪਹਿਲਾਂ ਸੀ, ਸਾਲ ਪਹਿਲਾਂ ਸੀ, ਉੱਦਾਂ ਦਾ ਹੀ ਲਾੜਾ ਅੱਜ ਵੀ ਹੈ। ਵੀ ਤੁਹਾਨੂੰ ਇਸ ਵਿਸ਼ੇ ਦੇ ਬਾਰੇ ਸੋਚਣਾ ਚਾਹੀਦਾ ਸੀ ਕਿ ਜਿਸ ਮੁੰਡੇ ਦਾ ਵਿਆਹ ਹੈ ਉਸਨੂੰ ਗੋਰਾ ਚਿੱਟਾ ਬਣਾ ਕੇ ਅਸੀਂ ਭੇਜੀਏ। ਠੀਕ ਹੈ ਨਾ। ਅਤੇ ਅਸੀਂ ਉਡੀਕ ਕਰਦੇ ਰਹੇ, ਸਾਲ ਬਾਅਦ ਲਾੜਾ ਆਊਗਾ, ਸੋਹਣਾ ਸੁਨੱਖਾ ਹੋ ਕੇ ਆਊਗਾ, ਪਰ ਉਹ ਬਿਲਕੁਲ ਵੀ ਨਹੀਂ ਆਇਆ। ਹੈ ਨਾ, ਹਾਸੇ ਮਜ਼ਾਕ ਵਾਲੀਆਂ ਗੱਲਾਂ। ਚਲੋ ਫਿਰ ਅੱਗੇ ਦੇਖਦੇ ਹਾਂ ਆਪਾਂ ਹਾਸੇ ਮਜ਼ਾਕ ਵਾਲੀ ਸਿੱਠਣੀ ਕਿਹੜੀ ਹੈ। ਗੋਰੀ ਤੇ ਤੋੜੀ ਅਸਾਂ ਰਿੰਨੀਆਂ ਗੁੱਲੀਆਂ, ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲੀਆਂ। ਗੋਰੀ ਤੇ ਤੋੜੀ ਅਸਾਂ ਰਿੰਨੀਆਂ ਗੁੱਲੀਆਂ, ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲੀਆਂ। ਰੋਟੀ ਖਵਾਉਣੀ ਪਈ, ਨੀ ਲੱਜਿਓ ਲੱਜ ਤੁਹਾਨੂੰ ਨਹੀਂ, ਨੀ ਲੱਜਿਓ ਲੱਜ ਤੁਹਾਨੂੰ ਨਹੀਂ। ਹਾਂਜੀ ਬੱਚੋ, ਫਿਰ ਉਹੀ ਹਾਸੇ ਮਜ਼ਾਕ ਵਾਲੀਆਂ ਗੱਲਾਂ ਆ ਗਈਆਂ। ਇਹਨਾਂ ਨੇ ਕੀ ਕਿਹਾ ਵੀ ਜਿਹੜਾ ਲਾੜਾ ਤੁਸੀਂ ਲੈ ਕੇ ਆਏ ਹੋ ਇਹ ਬਹੁਤ ਭੁੱਖਾ ਏ। ਠੀਕ ਹੈ ਨਾ, ਵੀ ਹਰ ਵਕਤ ਨੀਤ ਰੱਖਦਾ ਏ ਆਪਾਂ ਨੇ, ਜਿਵੇਂ ਕੋਰੀ ਤੇ ਤੌੜੀ ਅਸਾਂ ਰਿੰਨੀਆਂ ਗੁੱਲੀਆਂ ਸੀ, ਮਤਲਬ ਸਵਾਦਿਸ਼ਟ ਭੋਜਨ ਬਣਾਇਆ। ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲੀਆਂ, ਵੀ ਜਦੋਂ ਲਾੜਾ ਜਿਹੜਾ ਉਹਨੂੰ ਭੁੱਖ ਲੱਗੀ ਹੈ ਨਾ, ਬੁੱਲੀਆਂ ਕੱਢਣਾ, ਜਿਵੇਂ ਬੱਚੇ ਨਹੀਂ ਰੋਂਦੇ ਹੁੰਦੇ ਬੁੱਲ ਕੱਢ ਕੇ। ਠੀਕ ਹੈ ਨਾ, ਅਤੇ ਉਸ ਤਰ੍ਹਾਂ ਕੀ ਹੈ, ਉਹਨੇ ਬੁੱਲੀਆਂ ਕੱਢੀਆਂ। ਰੋਟੀ ਖਵਾਉਣੀ ਪਈ, ਨਿਲਜਿਓ ਲੱਜ ਤੁਹਾਨੂੰ ਨਹੀਂ। ਠੀਕ ਹੈ ਨਾ, ਵੀ ਤੁਸੀਂ ਇਹਨੂੰ ਰਜਾ ਕੇ ਨਹੀਂ ਲਿਆਏ, ਖਵਾ ਪਿਲਾ ਕੇ ਨਹੀਂ ਲੈ ਕੇ ਆਏ। ਠੀਕ ਹੈ ਨਾ, ਭੁੱਖੇ ਢਿੱਡ ਇਹ ਆਇਆ ਸੀ, ਇਸ ਕਰਕੇ ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਹੈ। ਠੀਕ ਹੈ ਨਾ, ਵੀ ਤੁਸੀਂ ਇੱਦਾਂ ਹੀ ਭੁੱਖੇ ਭਾਣੇ ਮੁੰਡੇ ਨੂੰ ਲੈ ਆਏ। ਠੀਕ ਹੈ, ਫਿਰ ਅੱਗੇ ਦੇਖਦੇ ਆਪਾਂ। 12 ਮਹੀਨੇ ਸੁਨਿਆਰ ਬਿਠਾਇਆ, 12 ਮਹੀਨੇ ਸੁਨਿਆਰ ਬਿਠਾਇਆ, ਚਾਂਦੀ ਦੇ ਗਹਿਣਿਆਂ 'ਤੇ ਪਾਣੀ ਫੇਰਾਇਆ, ਚਾਂਦੀ ਦੇ ਗਹਿਣਿਆਂ 'ਤੇ ਪਾਣੀ ਫੇਰਾਇਆ। ਪਿੱਤਲ ਪਾਉਣਾ ਸੀ, ਪਿੱਤਲ ਪਾਉਣਾ ਸੀ, ਨੀ ਲੱਜਿਓ ਲੱਜ ਤੁਹਾਨੂੰ ਨਹੀਂ, ਨੀ ਲੱਜਿਓ ਲੱਜ ਤੁਹਾਨੂੰ ਨਹੀਂ। ਚਲੋ ਜੀ, ਫਿਰ ਜੋ ਮੇਲਣਾ ਹਨ ਉਹ ਆ ਗਈਆਂ ਗਹਿਣਿਆਂ ਦੇ ਉੱਪਰ। ਆਪਾਂ ਦੇਖਿਆ ਵੀ ਸਭ ਤੋਂ ਪਹਿਲੀ ਜਿਹੜੀ ਸਿੱਠਣੀ ਸੀ, ਆਪਾਂ ਗੱਲ ਕੀਤੀ ਸੀ ਰੁੱਖਾਂ ਦੀ, ਉਹਨਾਂ ਦੇ ਪਿੰਡ ਦੀ ਗੱਲ ਕੀਤੀ ਸੀ। ਫਿਰ ਉਹ ਆ ਗਏ, ਆਉਣ ਤੋਂ ਬਾਅਦ ਫਿਰ ਦੇਖਿਆ ਜਦੋਂ ਮੁੰਡੇ ਦਾ ਚਿਹਰਾ ਉਹ ਤਾਂ ਕਾਲਾ ਸੀ, ਬਿਲਕੁਲ ਸ਼ਾਹ ਕਾਲਾ, ਅਤੇ ਉਹ ਵੀ ਸੁੰਦਰ ਨਹੀਂ ਸੀਗਾ, ਹੈ ਨਾ। ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਸਿੱਠਣੀ ਸੀ ਉਸ ਦੇ ਵਿੱਚ ਆ ਗਿਆ ਬੱਚੋ ਵੀ ਬਰਾਤੀ ਆ ਵੀ ਗਏ, ਖਾਣ ਪੀਣ ਵੀ ਲੱਗ ਗਏ, ਵੀ ਬਿਲਕੁਲ ਲਾੜੇ ਨੇ ਤਾਂ ਮਤਲਬ ਬੁੱਲੀਆਂ ਹੀ ਕੱਢ ਲਈਆਂ, ਇੱਕ ਤਰ੍ਹਾਂ ਜਿਵੇਂ ਬੱਚਾ ਕਰਦਾ ਹੁੰਦਾ ਖਾਣ ਪੀਣ ਵਾਸਤੇ। ਠੀਕ ਹੈ ਨਾ, ਵੀ ਇੰਨਾ ਭੁੱਖਾ ਰੱਖਿਆ ਸੀ ਤੁਸੀਂ। ਫਿਰ ਕੀ ਆ ਗਿਆ? ਗਹਿਣਿਆਂ 'ਤੇ। ਠੀਕ ਹੈ ਨਾ, ਵੀ 12 ਮਹੀਨੇ ਹੋ ਗਏ ਉਡੀਕ ਕਰਦਿਆਂ ਨੂੰ,
ਪਰ ਤੁਸੀਂ ਸੁਨਿਆਰ ਤਾਂ ਬਿਠਾਇਆ ਘਰ ਦੇ ਵਿੱਚ, ਠੀਕ ਹੈ ਨਾ। ਪਰ ਉਹ ਚਾਂਦੀ ਦੇ ਜੋ ਗਹਿਣੇ ਸਨ ਉਹਨਾਂ 'ਤੇ ਤੁਸੀਂ ਪਾਣੀ ਫਰਾਇਆ ਸੀ। ਕੀ ਪਾਣੀ ਫਰਾਇਆ ਸੀ? ਸੋਨੇ ਦਾ। ਬੱਚੋ ਇੱਕ ਤਾਂ ਸੋਨੇ ਦੇ ਅਸਲੀ ਗਹਿਣੇ ਹੁੰਦੇ ਨੇ, ਇੱਕ ਗਹਿਣੇ ਉਹ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਸੋਨੇ ਦੀ ਆਪਾਂ ਕਹਿੰਦੇ ਝਾੜ ਫਿਰੀ ਹੋਈ ਹੈ, ਮਤਲਬ ਪਾਣੀ ਫਿਰਿਆ ਹੋਇਆ, ਮਤਲਬ ਨਕਲੀ ਹੁੰਦੇ ਨੇ ਜਾਂ ਚਾਂਦੀ ਦੇ ਹੁੰਦੇ ਨੇ ਜਾਂ ਕਿਸੇ ਹੋਰ ਧਾਤ ਦੇ ਹੁੰਦੇ ਨੇ। ਉਹਨਾਂ ਦੇ ਉੱਪਰ ਸੋਨੇ ਦਾ ਜੋ ਪਾਣੀ ਆ ਉਹ ਫੇਰ ਦਿੱਤਾ ਜਾਂਦਾ ਹੈ। ਉਹ ਦੇਖਣ ਨੂੰ ਹੂ ਬ ਹੂ ਕੀ ਲੱਗਦੇ ਨੇ? ਸੋਨਾ ਹੀ ਲੱਗਦੇ ਨੇ, ਠੀਕ ਹੈ ਨਾ। ਫਿਰ ਉਹਨਾਂ ਨੇ ਕਿਹਾ ਵੀ ਪਿੱਤਲ ਪਾਉਣਾ ਸੀ, ਵੀ ਪਿੱਤਲ ਵੀ ਤੁਸੀਂ ਵਰਤਿਆ, ਪਿੱਤਲ ਹੀ ਪਾਉਣਾ ਸੀ ਇਹ, ਠੀਕ ਹੈ। ਨਿਲੱਜਿਓ ਲੱਜ ਤੁਹਾਨੂੰ ਨਹੀਂ, ਵੀ ਇੰਨੀ ਵੀ ਲੱਜ ਨਹੀਂ। ਲੱਜ ਕੀ ਹੁੰਦਾ ਬੱਚੋ? ਸ਼ਰਮ। ਨਿਲੱਜੇ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਹੁੰਦੀ, ਠੀਕ ਹੈ ਨਾ। ਫਿਰ ਅੱਗੇ ਦੇਖਦੇ ਹਾਂ। ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ, 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 ਲਾੜੇ ਜੋਗਾ ਤੁਸੀਂ ਵਾਜਾ ਮੰਗਾਓ, ਲਾੜੇ ਜੋਗਾ ਤੁਸੀਂ ਵਾਜਾ ਮੰਗਾਓ, ਜੰਝ ਤੇ ਸਜਦੀ ਨਹੀਂ, ਨੀ ਲੱਜਿਓ ਲੱਜ ਤੁਹਾਨੂੰ ਨਹੀਂ, ਨੀ ਲੱਜਿਓ ਲੱਜ ਤੁਹਾਨੂੰ ਨਹੀਂ। ਦੇਖੋ ਫਿਰ ਮਜ਼ਾਕ ਕਰਨੋਂ ਨਹੀਂ ਹਟਦੀਆਂ, ਠੀਕ ਹੈ। ਕੀ ਕਹਿੰਦੀਆਂ ਨੇ ਉਹ ਕਹਿੰਦੀਆਂ ਨੇ ਵੀ ਜੋ ਬਰਾਤ ਹੈ ਉਹ ਹਮੇਸ਼ਾ ਵਾਜੇ ਗਾਜਿਆਂ ਦੇ ਨਾਲ ਹੀ ਸੋਹਣੀ ਲੱਗਦੀ ਹੈ। ਵੀ ਇੱਕ ਤਾਂ ਲਾੜਾ ਸੁੰਦਰ ਨਹੀਂ ਆ, ਭੁੱਖਾ ਵੀ ਹੈ, ਠੀਕ ਹੈ ਨਾ। ਗਹਿਣੇ ਵੀ ਤੁਸੀਂ ਨਕਲੀ ਪਾਤੇ ਅਤੇ ਉੱਪਰੋਂ ਤੁਸੀਂ ਵਾਜਾ ਵੀ ਨਹੀਂ ਲੈ ਕੇ ਆਏ, ਠੀਕ ਹੈ। ਜਦੋਂ ਬਰਾਤ ਆਉਂਦੀ ਆਪਾਂ ਨੂੰ ਕਿੱਦਾਂ ਪਤਾ ਲੱਗਦਾ ਵੀ ਬਰਾਤ ਆ ਗਈ? ਆਪਾਂ ਸਾਰੇ ਜਾਂਦੇ ਹਾਂ ਬਾਹਰ ਵਾਜੇ ਦੀ ਆਵਾਜ਼ ਸੁਣ ਕੇ, ਹੈ ਨਾ। ਵੀ ਆਪਾਂ ਜਦੋਂ ਆਵਾਜ਼ ਆਉਂਦੀ ਹੈ ਸਾਰੇ ਖੁਸ਼ ਹੋ ਜਾਂਦੇ ਨੇ, ਬਰਾਤ ਆ ਗਈ, ਬਰਾਤ ਆ ਗਈ। ਪਰ ਇਹ ਕਿਹੋ ਜਿਹੀ ਬਰਾਤ ਸੀ ਜਿਨ੍ਹਾਂ ਦੇ ਵਿੱਚ ਵਾਜਾ ਗਾਜਾ ਵੀ ਨਹੀਂ ਸੀ। ਤਾਂ ਉਹ ਕਹਿੰਦੀਆਂ ਨੇ ਵੀ ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ, ਵੀ ਜਿੰਨੇ ਵੀ ਸਾਡੇ ਪਿੰਡ ਦੇ ਲੋਕੋ ਸਾਰੇ ਤੁਸੀਂ ਕੀ ਕਰੋ? ਪੈਸੇ ਇਕੱਠੇ ਕਰੋ, ਠੀਕ ਹੈ। ਇੱਕ ਇੱਕ ਪੈਸਾ ਜਿੰਨਾ ਵੀ ਹੈ ਤੁਸੀਂ ਸਾਰੇ ਪਿੰਡ ਦਿਓ ਪਾਓ, ਮਤਲਬ ਇਕੱਠੇ ਕਰਕੇ ਲਾੜੇ ਜੋਗਾ ਤੁਸੀਂ ਵਾਜਾ ਮੰਗਾਓ। ਵੀ ਇਹ ਤਾਂ ਵਾਜਾ ਲੈ ਕੇ ਨਹੀਂ ਆਏ ਹੈਗੇ, ਵੀ ਤੁਸੀਂ ਸਾਰੇ ਵਾਜਾ ਲੈ ਕੇ ਆਓ। ਜੰਝ ਤੇ ਸਜਦੀ ਨਹੀਂ, ਵੀ ਜੰਝ ਕਾਹਦੇ ਨਾਲ, ਬਰਾਤ ਕਾਹਦੇ ਨਾਲ ਸਜਦੀ ਹੈ? ਹਮੇਸ਼ਾ ਵਾਜੇ ਗਾਜਿਆਂ ਦੇ ਨਾਲ, ਠੀਕ ਹੈ ਨਾ। ਫਿਰ ਉਹ ਕਹਿੰਦੀਆਂ ਨੇ ਵੀ ਨਿਲੱਜਿਓ ਲੱਜ ਤੁਹਾਨੂੰ ਨਹੀਂ, ਵੀ ਤੁਸੀਂ ਉਂਝ ਉੱਠ ਕੇ ਆ ਗਏ, ਵਾਜਾ ਗਾਜਾ ਵੀ ਨਹੀਂ ਲੈ ਕੇ ਆਏ, ਠੀਕ ਹੈ ਨਾ, ਵੀ ਤੁਹਾਨੂੰ ਬਿਲਕੁਲ ਵੀ ਲੱਜ ਨਹੀਂ ਹੈ। ਦੇਖੋ ਫਿਰ ਕਿੰਨੀਆਂ ਮਸ਼ਕਰੀਆਂ ਕੀਤੀਆਂ ਨੇ ਨਾ ਜੰਝ ਨੂੰ, ਲਾੜੇ ਨੂੰ, ਠੀਕ ਹੈ। ਅਤੇ ਕੀ ਨਹੀਂ, ਮਤਲਬ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਸਿੱਠਣੀਆਂ ਨੇ ਬੱਚਿਓ, ਬਹੁਤ ਸੁੰਦਰ ਲੱਗਦੀਆਂ ਨੇ, ਠੀਕ ਹੈ। ਅਤੇ ਰੌਣਕ ਲੱਗ ਜਾਂਦੀ ਹੈ ਪੂਰੇ ਦੇ ਪੂਰੇ ਵਿਆਹ ਦੇ ਵਿੱਚ। ਫਿਰ ਅੱਗੇ ਆਪਾਂ ਦੇਖਦੇ ਹਾਂ ਨੰਬਰ 6 'ਤੇ ਕਿਹੜੀ ਸਿੱਠਣੀ ਹੈ ਤੁਹਾਡੀ ਪੁਸਤਕ ਦੇ ਵਿੱਚ। ਵਾਹ ਵਾਹ ਨੀ ਚਰਖਾ ਚਮਕਦਾ, ਵਾਹ ਵਾਹ ਨੀ ਚਰਖਾ ਚਮਕਦਾ, ਹੋਰ ਤਾਂ ਲਾੜਾ ਚੰਗਾ ਭਲਾ, ਹੋਰ ਤਾਂ ਲਾੜਾ ਚੰਗਾ ਭਲਾ, ਢਿੱਡ ਉਹਦਾ ਲਮਕਦਾ, ਵਾਹ ਵਾਹ ਨੀ ਚਰਖਾ ਚਮਕਦਾ, ਵਾਹ ਵਾਹ ਨੀ ਚਰਖਾ ਚਮਕਦਾ। ਲਓ ਜੀ, ਹੈ ਨਾ। ਲੜਕੀਆਂ ਇਸਤਰੀਆਂ ਤਾਂ ਹੱਥ ਧੋ ਕੇ ਲਾੜੇ ਦੇ ਪਿੱਛੇ ਪੈ ਗਈਆਂ। ਤਾਂ ਉਹ ਕੀ ਕਹਿੰਦੇ ਨੇ ਵੀ ਚਰਖਾ ਤਾਂ ਬਹੁਤ ਚਮਕਦਾ, ਵੀ ਹੋਰ ਤਾਂ ਗੱਲਾਂ ਨੇ ਜੋ ਗੱਲਾਂ ਨੇ, ਪਰ ਇੱਕ ਲਾੜੇ ਦਾ ਜੋ ਢਿੱਡ ਲਮਕਦਾ, ਠੀਕ ਹੈ ਨਾ। ਵੀ ਢਿੱਡ ਲਮਕਣਾ ਕਾਹਦੀ ਨਿਸ਼ਾਨੀ ਹੁੰਦੀ ਹੈ? ਕਰੂਪਤਾ ਦੀ ਨਿਸ਼ਾਨੀ ਹੁੰਦੀ ਹੈ ਨਾ। ਵੀ ਲਾੜਾ ਹੈ ਜੋ ਬਿਲਕੁਲ ਵੀ ਸਰੀਰਕ ਤੌਰ 'ਤੇ ਤੰਦਰੁਸਤ ਨਹੀਂ ਹੈ, ਉਸ ਦਾ ਢਿੱਡ ਬਾਹਰ ਨੂੰ ਆ, ਇਸ ਕਰਕੇ ਉਹ ਕੀ ਹੈ? ਉਹ ਕਰੂਪ ਆ ਇੱਕ ਤਰ੍ਹਾਂ ਨਾਲ, ਠੀਕ ਹੈ, ਕੁਪੋਸ਼ਣ ਦਾ ਸ਼ਿਕਾਰ ਹੈ। ਫਿਰ ਅੱਗੇ ਆ ਗਿਆ ਵਾਹ ਵਾਹ ਨੀ ਚਰਖੇ ਪੀੜੀਆਂ, ਵਾਹ ਵਾਹ ਨੀ ਚਰਖੇ ਪੀੜੀਆਂ, ਹੋਰ ਤਾਂ ਕੁੜਮ ਚੰਗਾ ਭਲਾ, ਹੋਰ ਤਾਂ ਕੁੜਮ ਚੰਗਾ ਭਲਾ, ਅੱਖਾਂ ਟੀਰਮ ਟੀਰੀਆਂ, ਵਾਹ ਵਾਹ ਨੀ ਚਰਖੇ ਪੀੜੀਆਂ। ਚਰਖਾ, ਪੀੜੀਆਂ ਕੀ ਹੁੰਦੀਆਂ ਨੇ? ਬੈਠਣ ਵਾਲੀਆਂ ਹੁੰਦੀਆਂ ਨੇ। ਚਰਖਾ ਕੀ ਹੁੰਦਾ? ਕੱਤਣ ਵਾਲਾ, ਹੈ ਨਾ। ਵੀ ਬੜੀਆਂ ਸੋਹਣੀਆਂ ਪੀੜੀਆਂ ਵੀ ਨੇ, ਚਰਖਾ ਵੀ ਬੜਾ ਸੋਹਣਾ ਹੈ, ਠੀਕ ਹੈ ਨਾ। ਕੁੜਮ ਕੀ ਹੁੰਦਾ ਬੱਚੋ? ਮੁੰਡੇ ਦੇ ਪਿਓ ਨੂੰ ਕਹਿ ਦਿੱਤਾ ਜਾਂਦਾ, ਹੈ ਨਾ। ਵੀ ਹੋਰ ਤਾਂ ਕੁੜਮ ਚੰਗਾ ਭਲਾ ਹੈ, ਠੀਕ ਹੈ ਨਾ, ਠੀਕ ਠਾਕ ਹੈ, ਪਰ ਅੱਖਾਂ ਕੀ ਨੇ? ਟੀਰਮ ਟੀਰੀਆਂ। ਟੀਰਮ ਟੀਰੀਆਂ ਅੱਖਾਂ ਕਿਹੜੀਆਂ ਹੁੰਦੀਆਂ ਨੇ? ਵੀ ਜਦੋਂ ਬੰਦਾ ਸਿੱਧਾ ਨਹੀਂ ਝਾਕਦਾ ਨਾ, ਜਦੋਂ ਜਿਹੜੇ ਟੀਰੇ ਲੋਕ ਹੁੰਦੇ ਨੇ ਭਾਵੇਂ ਉਹ ਆਪਣੇ ਵੱਲ ਦੇਖਦੇ ਨੇ, ਇੱਦਾਂ ਲੱਗਦਾ ਵੀ ਕਿਸੇ ਹੋਰ ਵੱਲ ਦੇਖਦੇ ਨੇ, ਹੈ ਨਾ। ਇਹ ਵੀ ਇੱਕ ਤਰ੍ਹਾਂ ਨਾਲ ਕਰੂਪਤਾ ਦੀ ਨਿਸ਼ਾਨੀ ਮਤਲਬ ਇਹਨਾਂ ਨੇ ਪੇਸ਼ ਕਰਤੀ ਆਪਣੇ ਸਾਹਮਣੇ। ਵੀ ਲਾੜਾ ਵੀ ਨਹੀਂ ਸੀ ਵਧੀਆ, ਉਹਦਾ ਢਿੱਡ ਲਮਕਦਾ ਏ, ਅਤੇ ਜਿਹੜੇ ਲਾੜੇ ਦਾ ਪਿਓ ਹੈ ਉਹ ਵੀ ਨਹੀਂ ਵਧੀਆ, ਉਹ ਵੀ ਕੀ ਹੈ? ਟੀਰਮ ਟੀਰੀਆਂ ਅੱਖਾਂ ਨੇ, ਠੀਕ ਹੈ ਨਾ। ਫਿਰ ਅੱਗੇ ਆ ਗਿਆ ਅਸਾਂ ਨੇ ਕੀ ਕਰਨੇ ਬੇਬਹਾਰੇ ਕੱਦੂ, ਅਸਾਂ ਨੇ ਕੀ ਕਰਨੇ
बेबहारे कद्दू। लाड़ा बैठा ऐ जापे, लाड़ा बैठा ऐ जापे, ज्यों छप्पड़ां कंढे डड्डू। असां ने की करने बेबहारे कद्दू, असां ने की करने बेबहारे कद्दू। ठीक है ना। फिर वो हटदियां नहीं मजाक करनों, की कहंदियां ने भी असां ने की करने बेबहारे कद्दू। ਆਪਾਂ ਬੇਮੌਸਮੀ ਚੀਜ਼ ਜੋ ਹੁੰਦੀ ਹੈ ਬੱਚੋ ਸਵਾਦ ਨਹੀਂ ਨਾ ਲੱਗਦੀ, ਚਾਹੇ ਉਹ ਫਲ ਹੈ ਕੋਈ, ਚਾਹੇ ਸਬਜ਼ੀ ਹੈ। ਅਤੇ ਬੇਬਹਾਰੇ ਵੀ ਮਤਲਬ ਉਹਨਾਂ ਦੀ ਬਹਾਰ ਨਹੀਂ ਹੈ ਤਾਂ ਉਹਨਾਂ ਦੇ ਅੰਦਰ ਉਹਨਾਂ ਸਵਾਦ ਨਹੀਂ ਹੈ ਕੱਦੂ। ਠੀਕ ਹੈ ਨਾ। ਵੀ ਉਹ ਕੀ ਕਰਨੇ ਨੇ। ਲਾੜਾ ਕੌਣ ਹੁੰਦਾ, ਜਿਹੜਾ ਮਤਲਬ ਜਿਹਨੂੰ ਆਪਾਂ ਕਹਿੰਦੇ ਦੁੱਲਾ ਕਹਿ ਦਿੰਦੇ ਹੁੰਦੇ ਆ। ਠੀਕ ਹੈ ਨਾ। ਜਿਹੜਾ ਲੜਕੀ ਨੂੰ ਵਿਆਹੁਣ ਆਇਆ। ਲਾੜਾ ਬੈਠਾ ਐ ਜਾਪੇ। ਠੀਕ ਹੈ। ਇੱਦਾਂ ਜਾਪਦਾ ਇਹ ਲਾੜਾ ਬੈਠਾ, ਜਿਉਂ ਛੱਪੜ ਕੰਢੇ ਡੱਡੂ। ਵੀ ਜਿਵੇਂ ਡੱਡੂ ਬੈਠਾ, ਡੱਡੂ ਵਰਗੇ ਜੋ ਸ਼ਕਲ ਹੈ, ਆਕਾਰ ਹੈ ਉਸਦਾ ਇੱਦਾਂ ਲੱਗਦਾ। ਠੀਕ ਹੈ ਨਾ। ਫਿਰ ਅੱਗੇ ਕੀ ਕਹਿੰਦੀਆਂ ਨੇ ਉਹ, ਅਸਾਂ ਨੇ ਕੀ ਕਰਨੇ ਪੱਤਾਂ ਬਾਜ ਕਰੇਲੇ, ਅਸਾਂ ਨੇ ਕੀ ਕਰਨੇ ਪੱਤਾਂ ਬਾਜ ਕਰੇਲੇ। ਲਾੜੇ ਦਾ ਚਾਚਾ ਐ ਝਾਕੇ ਜਿਵੇਂ ਚਮ ਚੜਿਕਦੇ ਡੇਲੇ, ਅਸਾਂ ਨੇ ਕੀ ਕਰਨੇ ਪੱਤਾਂ ਬਾਜ ਕਰੇਲੇ। ਕੱਦੂ ਦੀ ਗੱਲ ਕੀਤੀ ਸੀ, ਸਬਜ਼ੀ ਦੀ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕਰੇਲਿਆਂ ਦੀ ਗੱਲ ਕਰ ਲਈ। ਠੀਕ ਹੈ ਨਾ। ਵੀ ਪੱਤਿਆਂ ਬਾਝ ਕਰੇਲੇ ਅਸਾਂ ਕੀ ਕਰਨੇ। ਠੀਕ ਹੈ ਨਾ। ਵੀ ਜੋ ਲਾੜੇ ਦਾ ਚਾਚਾ, ਚਾਚੇ ਨੂੰ ਹੁਣ ਪਿਓ ਦੀ ਗੱਲ ਕੀਤੀ ਸੀ, ਫਿਰ ਚਾਚੇ ਦੀ ਗੱਲ ਆ ਗਈ ਹੈ ਨਾ। ਵੀ ਲਾੜੇ ਦਾ ਚਾਚਾ ਐਵੇਂ ਝਾਕੇ ਜਿਵੇਂ ਚਮਚੜਿੱਕਦੇ ਡੇਲੇ। ਠੀਕ ਹੈ ਨਾ। ਉਹਦੀਆਂ ਟੀਰਮ ਟੀਰੀ ਅੱਖਾਂ ਸੀ ਪਿਓ ਦੀਆਂ। ਠੀਕ ਹੈ। ਅਤੇ ਜੋ ਚਾਚੇ ਦੀਆਂ ਅੱਖਾਂ ਨੇ ਕਿੱਦਾਂ ਨੇ, ਜਿਵੇਂ ਚਮਚੜਿੱਕਦੇ ਡੇਲੇ ਹੁੰਦੇ ਨੇ। ਠੀਕ ਹੈ ਨਾ। ਵੀ ਅਸਾਂ ਨੇ ਕੀ ਕਰਨੇ ਪੱਤਿਆਂ ਬਾਝ ਕਰੇਲੇ। ਠੀਕ ਹੈ। ਬਹੁਤ ਮਜ਼ਾਕ ਕਰਦੀਆਂ ਨੇ ਜੋ ਇਸਤਰੀਆਂ ਨੇ, ਅਤੇ ਚਾਰੇ ਪਾਸੇ ਖੁਸ਼ੀਆਂ ਆ ਜਾਂਦੀਆਂ ਨੇ, ਮਤਲਬ ਹੱਸਣ ਲੱਗ ਜਾਂਦੇ ਨੇ ਲੋਕ ਉੱਚੀ ਉੱਚੀ। ਫਿਰ ਉਸ ਤੋਂ ਬਾਅਦ ਆ ਗਿਆ, ਜਾਨ ਜਿਓ ਵੀ ਮਾਨ ਜਿਓ ਕਿਹੜੇ ਵੇਲੇ ਹੋਏ ਨੇ, ਜਾਨ ਜਿਓ ਮਾਨ ਜਿਓ ਕਿਹੜੇ ਵੇਲੇ ਹੋਏ ਨੇ। ਖਾ ਖਾ ਕੇ ਰੱਜੇ ਨਾ ਢਿੱਡ ਨੇ ਘਟੋਏ ਨੇ, ਜਾਨ ਜਿਓ ਮਾਂ ਜਿਓ ਕਿਹੜੇ ਵੇਲੇ ਹੋਏ, ਜਾਨ ਜਿਓ ਮਾਂ ਜਿਓ ਵੇਲੇ ਹੋਏ ਨੇ। ਖਾ ਖਾ ਕੇ ਰੱਜੇ ਨਾ ਢਿੱਡ ਨੇ ਘਟੋਏ ਨੇ, ਖਾ ਖਾ ਕੇ ਰੱਜੇ ਨਾ ਢਿੱਡ ਨੇ ਘਟੋਏ ਨੇ। ਜਾਨ ਜਿਓ ਮਾਂ ਜਿਓ ਕਿਹੜੇ ਵੇਲੇ ਹੋਏ ਨੇ, ਜਾਨ ਜਿਓ ਮਾਂ ਜਿਓ ਕਿਹੜੇ ਵੇਲੇ ਹੋਏ ਨੇ। ਨਿੱਕੇ ਨਿੱਕੇ ਮੂੰਹ ਨੇ ਢਿੱਡ ਨੇ ਕੇ ਖੂਹ ਨੇ, ਨਿੱਕੇ ਨਿੱਕੇ ਮੂੰਹ ਨੇ ਢਿੱਡ ਨੇ ਕੇ ਖੂਹ ਨੇ। ਖਾ ਰਹੇ ਹੋ ਤਾਂ ਉੱਠੋ ਸਹੀ, ਖਾ ਰਹੇ ਹੋ ਤਾਂ ਉੱਠੋ ਸਹੀ। ਜਾਨ ਜਿਓ ਮਾਂ ਜਿਓ ਕਿਹੜੇ ਵੇਲੇ ਹੋਏ ਨੇ, ਜਾਨ ਜਿਓ ਮਾਂ ਜਿਓ ਕਿਹੜੇ ਵੇਲੇ ਹੋਏ ਨੇ। ਦੇਖੋ ਫਿਰ ਉਹਨਾਂ ਦੇ ਖਾਣੇ ਉੱਪਰ ਵੀ ਆ ਗਈਆਂ। ਜਦੋਂ ਖਾਣਾ ਖਾਣ ਬੈਠੇ ਤਾਂ ਉਹ ਕਹਿੰਦੀਆਂ ਨੇ ਕਿ ਜਾਂਜੀਓ ਮਾਂਜੀਓ। ਠੀਕ ਹੈ ਨਾ। ਵੀ ਜਿਹੜੇ ਤੁਸੀਂ ਹੈਗੇ ਹੋ ਜਾਂਜੀਓ, ਆਪਣੇ ਆਪ ਨੂੰ ਬੜੇ ਵਧੀਆ ਕਹਾਉਂਦੇ ਹੋ ਤੁਸੀਂ, ਵੀ ਤੁਹਾਨੂੰ ਖਾਣ ਲੱਗੇ ਕਿਹੜੇ ਵੇਲੇ ਹੋ ਗਏ। ਠੀਕ ਹੈ ਨਾ। ਕਿੰਨੇ ਵੇਲਿਆਂ ਦੇ ਤੁਸੀਂ ਖਾਈ ਜਾਂਦੇ ਹੋ, ਲਗਾਤਾਰ ਭੁੱਖੇ ਢਿੱਡ ਆਏ ਸੀ, ਵੀ ਲਗਾਤਾਰ ਤੁਸੀਂ ਖਾਣਾ ਸ਼ੁਰੂ ਕੀਤਾ ਹੋਇਆ। ਠੀਕ ਹੈ। ਖਾ ਖਾ ਕੇ ਤੁਸੀਂ ਰੱਜ ਨਹੀਂ ਰਹੇ, ਵੀ ਤੁਹਾਡੇ ਢਿੱਡ ਨੇ ਘਟੋਏ ਨੇ। ਠੀਕ ਹੈ ਨਾ। ਵੀ ਜਿਹੜੇ ਵੀ ਰਿਸ਼ਤੇਦਾਰ ਹੋ ਤੁਸੀਂ, ਬਰਾਤੀ ਹੋ, ਵੀ ਤੁਹਾਡੇ ਢਿੱਡ ਨੇ ਕਿ ਟੋਏ ਨੇ। ਠੀਕ ਹੈ। ਜੇ ਢਿੱਡ ਹੋਣਗੇ ਤਾਂ ਭਰ ਜਾਣਗੇ, ਵੀ ਟੋਇਆ ਭਰਦਾ ਨਹੀਂ ਹੁੰਦਾ, ਇਸ ਕਰਕੇ ਤੁਸੀਂ ਤਾਂ ਟੋਇਆਂ ਵਰਗੇ ਢਿੱਡ ਲਈ ਫਿਰਦੇ ਹੋਗੇ। ਵੀ ਤੁਹਾਡੇ ਭਾਵੇਂ ਨਿੱਕੇ ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ। ਦੇਖਣ ਨੂੰ ਤਾਂ ਤੁਹਾਡੇ ਨਿੱਕੇ ਨਿੱਕੇ ਮੂੰਹ ਲੱਗਦੇ ਨੇ, ਪਰ ਇੰਨਾ ਤੁਸੀਂ ਖਾ ਰਹੇ ਹੋ ਵੀ ਇੱਦਾਂ ਲੱਗਦਾ ਜਿਵੇਂ ਖੂਹ ਹੁੰਦੇ ਨੇ। ਠੀਕ ਹੈ ਨਾ। ਅਤੇ ਇਸ ਤਰ੍ਹਾਂ ਉਹ ਮਜ਼ਾਕ ਕਰਦੀਆਂ ਨੇ ਬਾਰ-ਬਾਰ। ਠੀਕ ਹੈ। ਫਿਰ ਉਸ ਤੋਂ ਬਾਅਦ ਦੇਖਦੇ ਹਾਂ ਆਪਾਂ ਅਗਲੀ ਕਿਹੜੀ ਸਿੱਠਣੀ ਆ। ਜਾਂਜੀਆਂ ਨੂੰ ਖਲ ਕੁੱਟ ਦਿਓ ਜਿਨ੍ਹਾਂ ਤੌਣ 25 ਸਿਰ ਖਾਣਾ, ਜਾਂਜੀਆਂ ਨੂੰ ਖਲ ਕੁੱਟ ਦਿਓ ਜਿਨ੍ਹਾਂ ਤੌਣ 25 ਸਿਰ ਖਾਣਾ। ਸਾਨੂੰ ਦੇ ਦੋ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾਣਾ, ਜਾਂਜੀਆਂ ਖਲ ਕੁੱਟ ਦਿਓ ਜਿਨ੍ਹਾਂ ਤੌਣ 25 ਸਿਰ ਖਾਣਾ, ਜਾਂਜੀਆਂ ਨੂੰ ਖਲ ਕੁੱਟ ਦਿਓ ਜਿਨ੍ਹਾਂ ਤੌਣ 25 ਸਿਰ ਖਾਣਾ। ਬੱਚੋ ਦੇਖੋ ਕਿੰਨੀਆਂ ਸੁੰਦਰ ਨੇ। ਬੱਚੋ ਇਲਾਕੇ ਦੇ ਹਿਸਾਬ ਨਾਲ ਇਹਨਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਬਦਲਾਅ ਜ਼ਰੂਰ ਆ ਜਾਂਦਾ ਹੈ ਨਾ। ਜਿਵੇਂ ਇਹਨਾਂ ਨੇ ਕਿਹਾ ਵੀ ਜਾਂਜੀਆਂ ਨੂੰ ਖਲ ਕੁੱਟ ਦਿਓ, ਹੈ ਨਾ। ਉਂਝ ਵੀ ਕਹਿ ਸਕਦੇ ਵੀ ਜਾਂਜੀਆਂ ਖਲ ਕੁੱਟ ਦਿਓ ਗਾਉਣ ਲੱਗੇ। ਅਲੱਗ ਅਲੱਗ ਜਿਵੇਂ ਇਲਾਕੇ ਨੇ, ਮਾਲਵਾ, ਦੁਆਬਾ, ਮਾਝਾ ਅਤੇ ਹੋਰ ਵੀ ਇਲਾਕੇ ਦੇ ਹਿਸਾਬ ਨਾਲ ਥੋੜ੍ਹੇ ਥੋੜ੍ਹੇ ਜਿਹੜੇ ਬਦਲਾਅ ਇਹਨਾਂ ਦੇ ਵਿੱਚ ਗਾਉਣ ਸਮੇਂ ਆ ਜਾਂਦੇ ਨੇ, ਉਚਾਰਨ ਸਮੇਂ ਆ ਜਾਂਦੇ ਨੇ, ਹੈ ਨਾ। ਅਤੇ ਜਿਵੇਂ ਅੱਗੇ ਕਿਹਾ ਜਿਨ੍ਹਾਂ ਤੌਣ 25 ਸਿਰ ਖਾਣਾ, ਸਾਨੂੰ
ਪੂਰੀਆਂ ਜੀ ਇਹਨਾਂ ਨੇ ਕਿਹਾ, ਪਰ ਆਪਾਂ ਕਈ ਇਲਾਕਿਆਂ ਦੇ ਵਿੱਚ ਕਹਿ ਦਿੰਦੇ ਨੇ ਸਾਨੂੰ ਦੇ ਦਿਓ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾਣਾ। ਠੀਕ ਹੈ ਨਾ। ਤਾਂ ਇਹਨਾਂ ਦੇ ਵਿੱਚ ਉਹ ਕੀ ਕਹਿੰਦੀਆਂ ਨੇ ਵੀ ਜਾਂਝੀਆਂ ਨੂੰ ਖਲ ਕੁੱਟ ਦਿਓ। ਖਲ ਕੀ ਹੁੰਦੀ ਹੈ ਬੱਚੋ? ਆਪਾਂ ਡੰਗਰਾਂ ਨੂੰ ਪਾਉਣੀ ਹੁੰਦੀ ਨਾ, ਮੱਝਾਂ ਨੂੰ ਪਾਉਣੀ ਹੁੰਦੀ ਆ ਖਲ, ਅਲੱਗ-ਅਲੱਗ ਹੁੰਦੀ ਹੈ ਜੀ। ਸਰੋਂ ਦੀ ਖਲ ਜਿਹੜੀ ਹੁੰਦੀ ਹੈ, ਸਰੋਂ ਦਾ ਤੇਲ ਜਦੋਂ ਕਢਵਾ ਲਿਆ ਜਾਂਦਾ ਤਾਂ ਸਰੋਂ ਦੇ ਦਾਣਿਆਂ ਦੇ ਪਿੱਛੇ ਜੋ ਖਲ ਬਚ ਜਾਂਦੀ ਹੈ, ਜੋ ਆਪਾਂ ਵੇਸਟੇਜ ਕਹਿ ਦਿੰਦੇ ਹਾਂ ਜਿਹਨੂੰ ਆਪਾਂ, ਹੈ ਨਾ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਆਪਾਂ ਖਲ ਕਹਿੰਦੇ ਹਾਂ। ਅਤੇ ਵੀ ਪਸ਼ੂਆਂ ਦੀ ਤਰ੍ਹਾਂ ਇਹ ਖਾਂਦੇ ਨੇ ਅਤੇ ਇਹਨਾਂ ਨੂੰ ਖਲ ਕੁੱਟ ਕੇ ਦੇ ਦਿਓ। ਠੀਕ ਹੈ। ਸਾਨੂੰ ਪੂਰੀਆਂ ਦੇ ਦਿਓ ਵੀ ਅਸੀਂ ਤਾਂ 1-2 ਪੂਰੀਆਂ ਖਾਣੀਆਂ ਨੇ ਅਤੇ ਇਹਨਾਂ ਨੇ ਇੰਨਾ ਜ਼ਿਆਦਾ ਖਾਣਾ, ਇਹਨਾਂ ਨੂੰ ਖਲ ਕੁੱਟ ਕੇ ਪਸ਼ੂਆਂ ਦੀ ਤਰ੍ਹਾਂ ਦੇ ਦਿਓ। ਠੀਕ ਹੈ। ਪਸ਼ੂ ਮੰਨਿਆ ਗਿਆ ਉਹਨਾਂ ਨੂੰ, ਮਤਲਬ ਜੋ ਜਾਂਝੀ ਨੇ। ਦੇਖੋ ਕਿੰਨਾ ਮਜ਼ਾਕ ਕਰਦੀਆਂ ਨੇ ਜੋ ਔਰਤਾਂ ਨੇ, ਹੈ ਨਾ। ਫਿਰ ਉਸ ਤੋਂ ਬਾਅਦ ਅੱਗੇ ਆ ਗਿਆ, ਬੀਬੀ ਲਾਡਲੀ ਨੀ ਰੋਟੀ ਪਿੱਛੋਂ ਮੰਗੇ ਖੀਰ, ਬੀਬੀ ਲਾਡਲੀ ਨੀ ਰੋਟੀ ਪਿੱਛੋਂ ਮੰਗੇ ਖੀਰ, ਬੀਬੀ ਦਾ ਬਾਪੂ ਐ ਬੈਠਾ ਜੋ ਰਾਜਿਆਂ ਵਿੱਚ ਵਜ਼ੀਰ, ਬੀਬੀ ਲਾਡਲੀ ਨੀ ਰੋਟੀ ਪਿੱਛੋਂ ਮੰਗੇ ਖੀਰ। ਲੈ ਦੇਖੋ ਜਿਹੜੇ ਜਾਂਝੀ ਆਏ ਨੇ ਉਹਨਾਂ ਨੂੰ ਤਾਂ ਇੰਨਾ ਮਜ਼ਾਕ ਕਰਦੇ ਨੇ, ਅਤੇ ਜਿਹੜੇ ਆਪਣੇ ਜੋ ਲਾੜੀ ਹੈ ਆਪਣੀ ਬੀਬੀ, ਮਤਲਬ ਕਿਹਨੂੰ ਕਿਹਾ ਗਿਆ? ਕੁੜੀਆਂ ਨੂੰ, ਕਿਉਂਕਿ ਪਹਿਲਾਂ ਲੋਕ ਬੱਚੋ ਬੀਬੀ ਕਹਿੰਦੇ ਸੀ, ਹੈ ਨਾ, ਧੀਆਂ ਨੂੰ। ਘਰ ਦੀ ਜੋ ਧੀ ਹੁੰਦੀ ਸੀ ਜਾਂ ਪਿੰਡ ਦੀ ਧੀ ਹੁੰਦੀ ਸੀ ਉਸ ਨੂੰ ਬੀਬੀ ਕਿਹਾ ਜਾਂਦਾ ਸੀ। ਬੀਬੀ ਦਾ ਮਤਲਬ ਭੈਣ ਸ਼ਬਦ ਵਰਤਿਆ ਜਾਂਦਾ, ਹੈ ਨਾ। ਅੱਜ ਵੀ ਬਹੁਤ ਸਾਰੇ ਲੋਕ ਨੇ ਜਦੋਂ ਇੱਕ ਲੜਕੀ ਆਪਣੇ ਪੇਕੇ ਘਰ ਜਾਂਦੀ ਹੈ ਤਾਂ ਉਸਨੂੰ ਬੀਬੀ ਕਿਹਾ ਜਾਂਦਾ, ਬੀਬੀ ਆ ਗਈ, ਬੀਬੀ ਉਹਨਾਂ ਆਈ ਹੋਈ ਹੈ ਨਾ, ਇੱਦਾਂ। ਅਤੇ ਵੀ ਸਾਡੀ ਜਿਹੜੀ ਬੀਬੀ ਹੈ, ਸਾਡੀ ਕੁੜੀ ਹੈ, ਉਹ ਕੀ ਹੈ? ਇੱਕ ਲਾਡਲੀ ਹੈ। ਇੰਨੀ ਲਾਡਲੀ ਰੱਖੀ ਹੋਈ ਹੈ ਵੀ ਉਹਨੂੰ ਖੀਰ ਇੱਕ ਤਰ੍ਹਾਂ ਨਾਲ ਵਧੀਆ ਜੋ ਰੱਜਦਾ ਪੁੱਜਦਾ ਘਰ ਹੈ ਨਾ, ਉਹ ਖੀਰਾਂ ਬਣਾਉਣ ਦੀ ਇੱਕ ਨਿਸ਼ਾਨੀ ਹੈ ਵੀ ਸਾਡਾ ਘਰ ਵੀ ਰੱਜਦਾ ਪੁੱਜਦਾ। ਸਾਡੇ ਘਰ 'ਚ ਬੀਬੀ ਹੈ, ਜੋ ਕੁੜੀ ਦਾ ਵਿਆਹ ਹੈ ਜਿਸ ਦਾ, ਉਹਨੂੰ ਇੰਨੀ ਲਾਡਲੀ ਰੱਖਿਆ ਗਿਆ ਵੀ ਰੋਟੀ ਪਿੱਛੋਂ ਉਹਨੂੰ ਖੀਰ ਮਿਲਦੀ ਹੈ, ਮਤਲਬ ਰੱਜਿਆ ਪੁੱਜਿਆ ਘਰ ਆ ਸਾਡਾ। ਜਿਹੜੇ ਮੁੰਡੇ ਦੇ ਪਿਤਾ ਨੂੰ ਕਿਹਾ ਜਾਂਦਾ ਹੈ ਵੀ ਉਹ ਇੱਦਾਂ ਲੱਗਦਾ ਜਿਵੇਂ ਟੀਰਮ ਟੀਰੀ ਅੱਖਾਂ ਹੁੰਦੀਆਂ ਨੇ, ਅਤੇ ਪਰ ਜਿਹੜੀ ਕੁੜੀ ਦਾ ਬਾਪ ਹੈ ਉਹ ਇੱਦਾਂ ਲੱਗਦਾ ਹੈ ਜਿਵੇਂ ਰਾਜਿਆਂ ਦੇ ਵਿੱਚ ਵਜ਼ੀਰ ਬੈਠਾ ਹੁੰਦਾ, ਹੈ ਨਾ। ਵੀ ਬਹੁਤ ਅਮੀਰ ਘਰ ਹੈ, ਬਹੁਤ ਸੋਹਣਾ ਘਰ ਹੈ, ਵੀ ਉਹਦਾ ਜਿਹੜਾ ਲੜਕੀ ਦਾ ਪਿਓ ਹੈ ਨਾ, ਉਹ ਵੀ ਇੱਕ ਰਾਜਿਆਂ ਦੇ ਵਿੱਚ ਵਜ਼ੀਰ ਦੀ ਤਰ੍ਹਾਂ ਬੈਠਾ, ਬਹੁਤ ਸੋਹਣਾ ਲੱਗਦਾ ਬੈਠਾ, ਹੈ ਨਾ। ਫਿਰ ਉਸ ਤੋਂ ਬਾਅਦ ਆ ਗਿਆ, ਸਭ ਗੈਸ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ, ਸਭ ਗੈਸ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ, ਸਭ ਮਿਰਚਾਂ ਘੋਟੋ ਜੀ ਸਾਡਾ ਕੁੜਮ ਘੋਟਣੇ ਵਰਗਾ, ਸਭ ਮਿਰਚਾਂ ਘੋਟੋ ਜੀ ਸਾਡਾ ਕੁੜਮ ਘੋਟਣੇ ਵਰਗਾ, ਮਣ ਮੱਕੀ ਪਿਹਾ ਲਿਓ ਜੀ ਸਾਡਾ ਕੁੜਮ ਵੈੜ ਕੇ ਵਰਗਾ, ਮਣ ਮੱਕੀ ਪਿਹਾ ਲਿਓ ਜੀ ਸਾਡਾ ਕੁੜਮ ਵੈੜ ਕੇ ਵਰਗਾ। ਦੇਖੋ ਕੋਈ ਕਸਰ ਨਹੀਂ ਛੱਡ ਰਹੀਆਂ ਔਰਤਾਂ, ਹੈ ਨਾ, ਕਿਹੋ ਜਿਹੇ ਮਜ਼ਾਕ ਕਰਦੀਆਂ ਨੇ। ਅਤੇ ਇਹਨਾਂ ਨੇ ਕਿਹਾ ਵੀ ਸਭ ਬੱਤੀਆਂ ਬੁਝਾ ਦਿਓ, ਮਤਲਬ ਗੈਸ ਬੁਝਾ ਦਿਓ ਜੀ, ਜਿਹੜੇ ਵੀ ਦੀਵੇ ਜਗ ਰਹੇ ਨੇ, ਠੀਕ ਹੈ ਨਾ, ਉਹ ਸਭ ਕੁਝ ਬੁਝਾ ਦਿਓ ਵੀ ਸਾਡਾ ਕੁੜਮ ਬੈਟਰੀ ਵਰਗਾ, ਵੀ ਬੈਟਰੀ ਵਰਗਾ ਮੂੰਹ ਹੈ ਇਹਦਾ, ਵੀ ਸਾਰੇ ਬੁਝਾ ਦਿਓ, ਵੀ ਲੋੜ ਹੀ ਨਹੀਂ ਹੈਗੀ ਮਤਲਬ ਗੈਸਾਂ ਦੀ। ਜਿਹੜੇ ਗੈਸ ਆਪਾਂ ਰੌਸ਼ਨੀ ਕਰਨ ਲਈ ਵਰਤਦੇ ਹਾਂ ਨਾ, ਉਹਦੀ ਨਿਸ਼ਾਨੀ ਰੱਖੀ ਗਈ ਸਾਡਾ ਕੁੜਮੀ ਬੈਟਰੀ ਵਰਗਾ। ਫਿਰ ਇਹ ਕਹਿੰਦੀਆਂ ਨੇ ਸਭ ਮਿਰਚਾਂ ਘੋਟੋ ਜੀ ਸਾਡਾ ਕੁੜਮ ਘੋਟਣੇ ਵਰਗਾ। ਕੁੜਮ ਕੀ ਹੁੰਦਾ ਬੱਚੋ? ਕੁੜਮ ਕਿਹਾ ਜਾਂਦਾ ਹੈ ਲੜਕੇ ਦੇ ਪਿਤਾ ਨੂੰ, ਵੀ ਇਹ ਘੋਟਣੇ ਵਰਗਾ ਹੈ, ਹੈ ਨਾ, ਵੀ ਮਿਰਚਾਂ ਘੋਟ ਲਓ ਚਾਹੇ, ਬਿਲਕੁਲ ਘੋਟਣੇ ਵਰਗਾ ਹੈ। ਫਿਰ ਉਸ ਤੋਂ ਬਾਅਦ ਆ ਗਿਆ ਮਣ ਮੱਕੀ ਪਿਹਾ ਲਓ ਜੀ ਸਾਡਾ ਕੁੜਮ ਵੈੜਕੇ ਵਰਗਾ। ਬੱਚੋ ਵੈੜਕਾ ਕਿਸ ਨੂੰ ਕਿਹਾ ਜਾਂਦਾ ਹੈ? ਠੀਕ ਹੈ ਨਾ, ਵੀ ਵੈੜਕਾ ਜੋ ਬਲਦ ਹੁੰਦਾ ਨਾ ਬੱਚੋ, ਬੱਚੇ ਨੂੰ ਵੈੜਕਾ ਕਹਿ ਦਿੱਤਾ ਜਾਂਦਾ, ਹੈ ਨਾ, ਵੀ ਸਾਡਾ ਜੋ ਕੁੜਮ ਹੈ ਉਹ ਇੱਕ ਵੈੜਕੇ ਦੀ ਤਰ੍ਹਾਂ ਹੈ। ਤਾਂ ਇਹ ਤੋਂ ਤੁਸੀਂ ਕੀ ਕਰ ਲਓ? ਮਣ ਮੱਕੀ ਪਿਹਾ ਲਓ, ਠੀਕ ਹੈ, ਮਣ ਮੱਕੀ ਪਿਹਾ ਲਓ ਚਾਹੇ। ਫਿਰ ਅੱਗੇ ਆ ਗਿਆ, ਛੱਜ ਓਲੇ ਛਾਨਣੀ ਪਰਾਂਤ ਓਲੇ ਡੋਈ ਵੇ, ਨਾਨਕਿਆਂ ਦਾ ਮੇਲ ਆਇਆ ਚੱਜ ਦੀ ਨਾ ਕੋਈ ਵੇ, ਨਾਨਕਿਆਂ ਦਾ ਮੇਲ ਆਇਆ ਚੱਜ ਦੀ ਨਾ ਕੋਈ ਵੇ। ਅਤੇ ਸਿੱਠਣੀਆਂ ਇਕੱਲੇ ਬਰਾਤੀਆਂ ਨੂੰ ਨਹੀਂ ਬੱਚਿਓ ਦਿੱਤੀਆਂ ਜਾਂਦੀਆਂ, ਨਾਨਕੇ ਦਾਦਕੇ ਵੀ ਆਪਸ ਦੇ ਵਿੱਚ ਖੂਬ ਇੱਕ ਦੂਜੇ ਨੂੰ ਸਿੱਠਣੀਆਂ ਦਿੰਦੀਆਂ ਨੇ। ਅਤੇ ਅੰਤਾਂ ਦੀਆਂ ਸਿੱਠਣੀਆਂ ਨੇ ਬੱਚੋ, ਭੰਡਾਰ ਭਰਿਆ ਪਿਆ ਸਿੱਠਣੀਆਂ ਦਾ, ਹੈ ਨਾ। ਅਤੇ ਜਦੋਂ ਨਾਨਕੇ ਘਰ ਦੇ ਜੋ ਜਿੰਨੇ ਵੀ ਰਿਸ਼ਤੇਦਾਰ ਨੇ, ਠੀਕ ਹੈ, ਘਰ ਦੇ ਜੀਅ ਨੇ, ਉਹ ਪਹੁੰਚਦੇ ਨੇ ਦਾਦਕੇ,
ਤਾਂ ਬੱਚੋ ਦਾਦਕੇ ਕੀ ਹੁੰਦੇ ਨੇ? ਦਾਦਕੇ ਮੁੰਡਾ ਜਾਂ ਕੁੜੀ ਜਿਹਦਾ ਵਿਆਹ ਹੁੰਦਾ ਨਾ, ਉਸਦੇ ਜਿਹੜੇ ਪਿਤਾ ਜੀ ਦਾ ਪਰਿਵਾਰ ਹੁੰਦਾ ਉਹ ਹੁੰਦੇ ਨੇ, ਠੀਕ ਹੈ ਨਾ। ਨਾਨਕੇ ਕੀ ਹੁੰਦੇ ਨੇ? ਨਾਨਕੇ ਮੁੰਡੇ ਜਾਂ ਕੁੜੀ ਦੇ ਮਾਤਾ ਦੇ ਪਰਿਵਾਰ ਨੂੰ ਕਿਹਾ ਜਾਂਦਾ ਹੈ। ਜਦੋਂ ਨਾਨਕੇ ਆਉਂਦੇ ਨੇ ਤਾਂ ਦਾਦਕੀਆਂ ਕਹਿੰਦੀਆਂ ਹਨ ਕਿ ਛੱਜ ਓਲੇ ਛਾਨਣੀ ਪਈ ਹੈ, ਪਰਾਤ ਓਲੇ ਡੋਈ ਹੈ। ਵੀ ਨਾਨਕਿਆਂ ਦਾ ਮੇਲ ਤਾਂ ਇਕੱਠਾ ਹੋ ਕੇ ਇੰਨਾ ਸਾਰਾ ਆ ਗਿਆ, ਪਰੰਤੂ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਹੈ, ਇੱਕ ਵੀ ਇਸਤਰੀ ਨਹੀਂ ਹੈ, ਠੀਕ ਹੈ ਨਾ, ਜੋ ਚੱਜ ਦੀ ਹੋਵੇ, ਠੀਕ ਹੈ। ਕੋਈ ਵੀ ਮੇਲਣ ਇਹੋ ਜਿਹੀ ਨਹੀਂ ਹੈ ਜੋ ਚੱਜ ਦੀ ਹੋਵੇ। ਸਾਰੀਆਂ ਕੀ ਨੇ ਬੱਚੋ? ਭੈੜੀ ਸ਼ਕਲ ਵਾਲੀਆਂ ਹਨ, ਠੀਕ ਹੈ ਨਾ। ਅਤੇ ਇਸ ਤਰ੍ਹਾਂ ਬਹੁਤ ਸੋਹਣੀਆਂ ਹਨ, ਬਹੁਤ ਸੁੰਦਰੀ ਸਿੱਠਣੀਆਂ ਹਨ ਜੋ ਵਾਰੀ-ਵਾਰੀ ਇੱਕ ਦੂਜੇ ਨੂੰ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਨਾਲ ਘਰ ਦਾ ਜੋ ਮਾਹੌਲ ਹੈ ਉਹ ਮਜ਼ਾਕ ਭਰਪੂਰ ਹੋ ਜਾਂਦਾ ਹੈ। ਅਤੇ ਹੁਣ ਆਪਾਂ ਇਸ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਕਰਾਂਗੇ, ਜਿਨ੍ਹਾਂ ਦੇ ਵਿੱਚੋਂ ਪਹਿਲਾ ਹੈ, ਜਾਂਝੀ ਜਿਸ ਪਿੰਡੋਂ ਆਏ ਹਨ ਉਹ ਕਿਹੋ ਜਿਹਾ ਹੈ? ਠੀਕ ਹੈ ਨਾ। ਆਪਾਂ ਕਹਾਂਗੇ ਵੀ ਉੱਥੇ ਕੋਈ ਵੀ ਰੁੱਖ ਨਹੀਂ ਹੈ। ਉਹਨਾਂ ਨੇ ਕਿਹਾ ਸੀ ਨਾ ਵੀ ਜਾਂਝੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ, ਉੱਥੇ ਕੋਈ ਵੀ ਰੁੱਖ ਨਹੀਂ ਹੈ। ਜਾਂਝੀਆਂ ਦੇ ਮੂੰਹ ਕਿਹੋ ਜਿਹੇ ਹਨ? ਜਿਵੇਂ ਉਹਨਾਂ ਨੇ ਕਿਹਾ ਸੀ ਨਾ ਵੀ ਜਾਂਝੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ, ਇਹਨਾਂ ਦੇ ਤੌੜਿਆਂ ਵਰਗੇ ਮੂੰਹ, ਉੱਥੇ ਮੁੱਛ ਵੀ ਨਾ। ਚਲੋ ਫਿਰ ਅਗਲਾ ਪ੍ਰਸ਼ਨ, ਜਾਂਝੀਆਂ ਦੇ ਮੂੰਹ ਕਿਹੋ ਜਿਹੇ ਹਨ? ਜਾਂਝੀਆਂ ਦੇ ਮੂੰਹ ਤੌੜਿਆਂ ਵਰਗੇ, ਮੁੱਛਾਂ ਤੋਂ ਬਿਨਾਂ, ਖੱਪਰਾਂ ਵਰਗੇ, ਪੀਲੇ ਡੱਡੂਆਂ ਵਰਗੇ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਸਿੱਠਣੀਆਂ ਵਿੱਚ ਲਾੜੇ ਦਾ ਰੰਗ ਕਿਹੋ ਜਿਹਾ ਦੱਸਿਆ ਜਾਂਦਾ ਹੈ? ਕਾਲਾ। ਕਿਹੋ ਜਿਹਾ ਦੱਸਿਆ ਜਾਂਦਾ ਹੈ? ਕਾਲਾ। ਨਿਲੱਜੋ ਸ਼ਬਦ ਕਿਹੜੇ ਲੋਕ ਗੀਤ ਵਿੱਚ ਵਰਤਿਆ ਗਿਆ ਹੈ? ਨਿਲੱਜੋ ਬਾਰ-ਬਾਰ ਆਉਂਦਾ ਹੈ ਨਾ। ਨਿਲੱਜੋ ਕਿਹਦੇ ਵਿੱਚ ਆਪਾਂ ਵਰਤਦੇ ਹਾਂ ਇਹਨੂੰ? ਤਾਂ ਇਹਨੂੰ ਆਪਾਂ ਵਰਤਦੇ ਹਾਂ ਬੱਚੋ ਸਿੱਠਣੀਆਂ ਦੇ ਵਿੱਚ, ਕਿਉਂਕਿ ਸੁਹਾਗ ਅਤੇ ਘੋੜੀਆਂ ਦੇ ਵਿੱਚ ਤਾਂ ਉਸਤਤ ਕੀਤੀ ਜਾਂਦੀ ਹੁੰਦੀ ਹੈ ਅਤੇ ਇਹਨਾਂ ਦੇ ਵਿੱਚ ਮਜ਼ਾਕ। ਸਿੱਠਣੀਆਂ ਗਾਉਣ ਵਾਲੀਆਂ ਅਨੁਸਾਰ ਲਾੜੇ ਨੇ ਭੁੱਖ ਲੱਗਣ 'ਤੇ ਕੀ ਕੀਤਾ? ਕੀ ਕੀਤਾ ਸੀ ਉਹਨੇ? ਬੱਚਿਆਂ ਦੀ ਤਰ੍ਹਾਂ ਬੁੱਲੀਆਂ ਕੱਢੀਆਂ ਸੀ, ਠੀਕ ਹੈ ਨਾ। ਜਦੋਂ ਕਹਿੰਦੇ ਨੇ ਵੀ ਤੁਸੀਂ ਭੁੱਖਾ ਹੀ ਰੱਖਿਆ ਹੈ, ਕੋਰੀ ਅਤੇ ਤੌੜੀ ਅਸਾਂ ਰਿੰਨੀਆਂ ਗੁੱਲੀਆਂ, ਭੁੱਖ 'ਤੇ ਲੱਗੀ ਲਾੜੇ ਕੱਢੀਆਂ ਬੁੱਲੀਆਂ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਜੰਝ ਕਿਸ ਤੋਂ ਬਿਨਾਂ ਸੱਜਦੀ ਨਹੀਂ? ਵਾਜੇ ਤੋਂ ਬਿਨਾਂ। ਉਹ ਕਹਿੰਦੇ ਨੇ ਵੀ ਤੁਸੀਂ ਵਾਜਾਂ ਨਹੀਂ ਲੈ ਕੇ ਆਏ, ਜਿਵੇਂ ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ, ਲਾੜੇ ਜੋਗਾ ਤੁਸੀਂ ਵਾਜਾ ਮੰਗਾਓ, ਜੰਝ 'ਤੇ ਸੱਜਦੀ ਨਹੀਂ, ਨਿਲੱਜਿਓ ਲੱਜ ਤੁਹਾਨੂੰ ਨਹੀਂ, ਠੀਕ ਹੈ। ਫਿਰ ਉਸ ਤੋਂ ਬਾਅਦ ਆ ਗਿਆ, ਸਿੱਠਣੀਆਂ ਵਿੱਚ ਕਿਸ ਕੰਮ ਲਈ ਪਿੰਡ ਵਾਸੀਆਂ ਨੂੰ ਪੈਸਾ ਪੈਸਾ ਪਾਉਣ ਲਈ ਕਿਹਾ ਗਿਆ? ਲਾੜੇ ਦੇ ਵਾਜੇ ਲਈ। ਚਾਂਦੀ ਦੇ ਗਹਿਣਿਆਂ ਉੱਤੇ ਕਾਹਦਾ ਪਾਣੀ ਫਿਰਾਇਆ ਗਿਆ ਸੀ? ਸੋਨੇ ਦਾ। ਚਾਂਦੀ ਦੇ ਗਹਿਣਿਆਂ 'ਤੇ ਕਾਹਦਾ ਪਾਣੀ ਫਿਰਾਇਆ ਸੀ? ਸੋਨੇ ਦਾ। ਜਿਵੇਂ ਉਹ ਲੜਕੀਆਂ ਕਹਿੰਦੀਆਂ ਹੁੰਦੀਆਂ ਨੇ ਵੀ 12 ਮਹੀਨੇ ਸੁਨਿਆਰ ਬਿਠਾਇਆ, ਚਾਂਦੀ ਦੇ ਗਹਿਣਿਆਂ 'ਤੇ ਪਾਣੀ ਫਿਰਾਇਆ। ਫਿਰ ਉਸ ਤੋਂ ਬਾਅਦ ਲਾੜੇ ਦਾ ਢਿੱਡ ਕਿਹੋ ਜਿਹਾ ਹੈ? ਲਮਕਦਾ। ਕਿਹੋ ਜਿਹਾ ਹੁੰਦਾ ਲਾੜੇ ਦਾ ਢਿੱਡ? ਲਮਕਦਾ ਹੁੰਦਾ ਹੈ, ਠੀਕ ਹੈ। ਵਾਹ ਵਾਹ ਨੀ ਚਰਖਾ ਚਮਕਦਾ, ਹੋਰ ਤਾਂ ਲਾੜਾ ਚੰਗਾ ਭਲਾ, ਢਿੱਡ ਉਹਦਾ ਲਮਕਦਾ। ਕੁੜਮ ਦੀਆਂ ਅੱਖਾਂ ਕਿਹੋ ਜਿਹੀਆਂ ਹੁੰਦੀਆਂ ਹਨ? ਟੀਰੀਆਂ। ਜਿਵੇਂ ਕਹਿੰਦੀਆਂ ਨੇ ਵਾਹ ਵਾਹ ਨੀ ਚਰਖੇ ਪੀੜੀਆਂ, ਹੋਰ ਤਾਂ ਕੁੜਮ ਚੰਗਾ ਭਲਾ, ਅੱਖਾਂ ਟੀਰਮ ਟੀਰੀਆਂ। ਸਿੱਠਣੀ ਵਿੱਚ ਲਾੜੇ ਨੂੰ ਕਿਸ ਤਰ੍ਹਾਂ ਬੈਠਾ ਦੱਸਿਆ ਜਾਂਦਾ ਹੈ? ਛੱਪੜ ਕੰਢੇ ਡੱਡੂ ਵਾਂਗ। ਕਿਸ ਤਰ੍ਹਾਂ ਬੈਠਾ ਦੱਸਿਆ ਜਾਂਦਾ ਬੱਚੋ? ਛੱਪੜ ਦੇ ਕੰਢੇ ਡੱਡੂ ਵਾਂਗ। ਅਸਾਂ ਨੇ ਕੀ ਕਰਨੇ ਬੇਬਹਾਰੇ ਕੱਦੂ, ਲਾੜਾ ਬੈਠਾ ਐਂ ਜਾਪੇ ਜਿਉਂ ਛੱਪੜ ਕੰਢੇ ਡੱਡੂ, ਠੀਕ ਹੈ ਨਾ, ਵੀ ਇੱਦਾਂ ਲੱਗਦਾ ਬੈਠਾ। ਸਿੱਠਣੀ ਵਿੱਚ ਲਾੜੇ ਦੇ ਚਾਚੇ ਨੂੰ ਕਿਸ ਤਰ੍ਹਾਂ ਝਾਕਦਾ ਦੱਸਿਆ ਜਾਂਦਾ ਹੈ? ਕਿੱਦਾਂ ਝਾਕਦਾ ਹੈ ਉਹ? ਚਮਚੜਿੱਕਦੇ ਡੇਲਿਆਂ ਦੇ ਵਾਂਗ। ਕੀ ਕਹਿੰਦੀਆਂ ਨੇ ਉਹ? ਅਸਾਂ ਨੇ ਕੀ ਕਰਨੇ ਪੱਤਾਬਾਜ਼ ਕਰੇਲੇ, ਲਾੜੇ ਦਾ ਚਾਚਾ ਐਂ ਝਾਕੇ ਜਿਵੇਂ ਚਮਚੜਿੱਕਦੇ ਡੇਲੇ। ਸਿੱਠਣੀਆਂ ਵਿੱਚ ਜਾਂਝੀਆਂ ਦੇ ਢਿੱਡ ਲਈ ਕਿਹੜੇ ਸ਼ਬਦ ਵਰਤੇ ਗਏ ਹਨ? ਟੋਏ ਅਤੇ ਖੂਹ, ਠੀਕ ਹੈ ਨਾ। ਉਹ ਕਹਿੰਦੀਆਂ ਨੇ ਜਦੋਂ ਜਾਂਝੀਓ ਮਾਂਜੀਓ ਕਿਹੜੇ ਵੇਲੇ ਹੋਏ ਨੇ, ਖਾ ਖਾ ਕੇ ਰੱਜੇ ਨਾ ਢਿੱਡ ਨੇ ਕਿ ਟੋਏ ਨੇ, ਠੀਕ ਹੈ। ਨਿੱਕੇ ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ, ਖਾਰੇ ਹੋ ਤਾਂ ਉੱਠੋ ਸਹੀ, ਵੀ ਉੱਠੋ ਜੋ ਹੁਣ ਬਹੁਤ ਖਾ ਲਿਆ। ਫਿਰ ਉਸ ਤੋਂ ਬਾਅਦ ਆ ਗਿਆ
ਸਿੱਠਣੀ ਵਿੱਚ 25 ਸੇਰ ਤੌਣ ਖਾਣ ਵਾਲਿਆਂ ਨੂੰ ਕੀ ਕੁੱਟ ਕੇ ਦੇਣ ਲਈ ਕਿਹਾ ਗਿਆ ਹੈ? ਕੀ ਕਿਹਾ ਗਿਆ ਹੈ? ਖਲ। ਜਾਂਜੀਆਂ ਨੂੰ ਖਲ ਕੁੱਟ ਦਿਓ ਜਿਨ੍ਹਾਂ ਤੌਣ ਪੱਕੀ ਸੇਰ ਖਾਣਾ। ਠੀਕ ਹਨ ਪੂਰੀਆਂ ਦੇ ਮੁਸ਼ਕ ਨਾਲ। ਠੀਕ ਹੈ ਨਾ, ਜਿਵੇਂ ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾਣਾ। ਠੀਕ ਹੈ। ਫਿਰ ਇਸ ਤੋਂ ਬਾਅਦ ਆ ਗਿਆ ਸਿੱਠਣੀ ਵਿੱਚ ਲਾਡਲੀ ਬੀਬੀ। ਜੋ ਲੜਕੀ ਹੁੰਦੀ ਹੈ ਰੋਟੀ ਪਿੱਛੋਂ ਕੀ ਮੰਗਦੀ ਦੱਸੀ ਗਈ ਹੈ? ਖੀਰ। ਬੀਬੀ ਲਾਡਲੀ ਨੀ ਰੋਟੀ ਪਿੱਛੋਂ ਮੰਗੇ ਖੀਰ। ਠੀਕ ਹੈ। ਸਿੱਠਣੀ ਵਿੱਚ ਵਿਆਂਦੜ ਕੁੜੀ ਦੇ ਬਾਪੂ ਨੂੰ ਕਿਸ ਤਰ੍ਹਾਂ ਬੈਠਾ ਦੱਸਿਆ ਜਾਂਦਾ ਹੈ? ਜਿਵੇਂ ਰਾਜਿਆਂ ਦੇ ਵਿੱਚ ਵਜ਼ੀਰ ਹੁੰਦਾ ਹੈ। ਅੱਗੇ ਆ ਗਿਆ ਬੱਚੋ ਸਿੱਠਣੀ ਵਿੱਚ ਕੁੜਮ ਨੂੰ ਕਿਹੋ ਜਿਹਾ ਦੱਸਿਆ ਗਿਆ ਹੈ? ਬੈਟਰੀ ਵਰਗਾ। ਠੀਕ ਹੈ, ਜਿਵੇਂ ਸਭ ਗੈਸ ਬੁਝਾ ਦਿਓ ਜੀ, ਸਾਡਾ ਕੁੜਮ ਬੈਟਰੀ ਵਰਗਾ। ਠੀਕ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਬੱਚੋ ਸਿੱਠਣੀਆਂ ਵਿੱਚ ਨਿਲੱਜੋ ਸ਼ਬਦ ਧੀ ਦੇ ਪੇਕੇ ਪਰਿਵਾਰ ਲਈ ਵਰਤਿਆ ਜਾਂਦਾ ਹੈ? ਨਹੀਂ। ਕਿਹਦੇ ਲਈ ਵਰਤਿਆ ਜਾਂਦਾ ਹੈ? ਸਹੁਰੇ ਪਰਿਵਾਰ ਲਈ। ਠੀਕ ਹੈ ਨਾ। ਫਿਰ ਇਸ ਤਰ੍ਹਾਂ ਦੇ ਕੁਝ ਆਪਣੇ ਪ੍ਰਸ਼ਨ ਉੱਤਰ ਨੇ ਜੋ ਵੱਡੇ ਹਨ ਬੱਚਿਓ, ਆਪਾਂ ਉਹ ਕਰਦੇ ਹਾਂ ਤਾਂ ਜੋ ਚੰਗੀ ਤਰ੍ਹਾਂ ਤੁਹਾਨੂੰ ਸਿੱਠਣੀਆਂ ਸਮਝ ਆ ਜਾਣ, ਆਪਣੀ ਵਿਰਾਸਤ ਦੀ ਅਮੀਰੀ ਦੇ ਬਾਰੇ ਪਤਾ ਲੱਗ ਜਾਵੇ ਵੀ ਆਪਣਾ ਜਿਹੜਾ ਲੋਕ ਸਾਹਿਤ ਆ ਉਹ ਕਿੰਨੀਆਂ ਵੰਨਗੀਆਂ ਦਾ। ਅਤੇ ਤੁਸੀਂ ਭੁੱਲ ਨਾ ਬੱਚਿਓ, ਤੁਸੀਂ ਯਾਦ ਰੱਖੋਗੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਆਪ ਹੀ ਤੁਸੀਂ ਯਾਦ ਕਰਵਾ ਦਿਓਗੇ। ਠੀਕ ਹੈ। ਸਿੱਠਣੀਆਂ ਕਿਹੜੇ ਕਿਹੜੇ ਮੌਕੇ ਉੱਤੇ ਕਿਸ ਵੱਲੋਂ ਅਤੇ ਕਿਸ ਨੂੰ ਦਿੱਤੀਆਂ ਜਾਂਦੀਆਂ ਹਨ? ਸਿੱਠਣੀਆਂ ਕੁੜੀ ਦੇ ਵਿਆਹ ਵੇਲੇ ਕੁੜੀ ਦੇ ਘਰ ਦੀਆਂ ਸ਼ਰੀਕਣਾਂ ਅਤੇ ਮੇਲਣਾਂ ਵੱਲੋਂ ਜਾਂਜੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਇਹਨਾਂ ਵਿੱਚ ਲਾੜੇ ਦੇ ਪਿਓ ਨੂੰ ਸਿੱਧੇ ਤੌਰ 'ਤੇ ਮਖੌਲ ਦੇ ਪਾਤਰ ਬਣਾਇਆ ਜਾਂਦਾ ਹੈ ਅਤੇ ਘਰੀ ਬੈਠੀਆਂ ਉਸ ਦੀਆਂ ਭੈਣਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਨੂੰ ਵੀ ਮਜ਼ਾਕ ਦੇ ਪਾਤਰ ਹੀ ਬਣਾਇਆ ਜਾਂਦਾ ਹੈ। ਸਿੱਠਣੀਆਂ ਵਿੱਚ ਮਜ਼ਾਕ ਦਾ ਪਾਤਰ ਕੌਣ ਕੌਣ ਬਣਦਾ ਹੈ? ਸਿੱਠਣੀਆਂ ਵਿੱਚ ਲਾੜਾ, ਕੁੜਮ, ਲਾੜੇ ਦੀ ਮਾਂ, ਚਾਚਾ ਅਤੇ ਹੋਰ ਰਿਸ਼ਤੇਦਾਰ ਜਾਂਝੀ ਮਜ਼ਾਕ ਦੇ ਪਾਤਰ ਬਣਦੇ ਹਨ। ਠੀਕ ਹੈ ਨਾ। ਸੋ ਇਹ ਮਜ਼ਾਕ ਦੇ ਪਾਤਰ ਉਹ ਸਨ ਬੱਚਿਓ ਜਿਹੜੇ ਕਿ ਆਪਣੀ ਪੁਸਤਕ ਦੇ ਵਿੱਚ ਆਏ ਨੇ। ਲੜਕੇ ਦੇ ਪਰਿਵਾਰ ਵਾਲੇ, ਇਸ ਤੋਂ ਇਲਾਵਾ ਨਾਨਕੇ ਵੀ ਹੋ ਸਕਦੇ ਨੇ। ਠੀਕ ਹੈ, ਅਤੇ ਦਾਦਕੇ ਵੀ ਹੋ ਸਕਦੇ ਨੇ, ਪਰ ਇੱਥੇ ਆਪਾਂ ਕੁੜੀ ਦੇ ਪਰਿਵਾਰ ਨੂੰ ਪੇਸ਼ ਕਰ ਰਹੇ ਹਾਂ ਅਤੇ ਇਸ ਕਰਕੇ ਨਾਨਕੇ ਵੀ ਮਜ਼ਾਕ ਦੇ ਪਾਤਰ ਬਣਦੇ ਨੇ। ਠੀਕ ਹੈ ਨਾ। ਅਤੇ ਅੱਗੇ ਆ ਗਿਆ ਸਿੱਠਣੀਆਂ ਵਿੱਚ ਹਾਸੇ ਮਜ਼ਾਕ ਲਈ ਕਿਹੜੇ ਕਿਹੜੇ ਵਿਸ਼ੇ ਚੁਣੇ ਜਾਂਦੇ ਹਨ? ਸਿੱਠਣੀਆਂ ਵਿੱਚ ਹਾਸੇ ਮਜ਼ਾਕ ਲਈ ਲਾੜੇ, ਉਸਦੇ ਮਾਂ ਪਿਓ ਅਤੇ ਚਾਚੇ ਤਾਇਆਂ ਦੀ ਸ਼ਕਲ ਅਤੇ ਸਰੀਰਕ ਬਣਤਰ, ਉਹਨਾਂ ਦਾ ਪਿਛੋਕੜ, ਮਤਲਬ ਜਿਵੇਂ ਪਿੰਡ ਦੀ ਗੱਲ ਕੀਤੀ ਸੀ ਵੀ ਉੱਥੇ ਵੀ ਰੁੱਖ ਨਹੀਂ ਹੈ, ਬਹੁਤ ਭੈੜਾ ਪਿੰਡ ਹੈ, ਕੰਜੂਸ ਨੇ ਉਹ, ਗਹਿਣੇ ਵੀ ਸਹੀ ਨਹੀਂ ਸੀ ਬਣਾਏ, ਭੁੱਖੇ ਨੇ, ਵੀ ਲਾੜਾ ਵੀ ਭੁੱਖਾ ਏ। ਠੀਕ ਹੈ ਨਾ। ਆਲਸ ਰਹਿੰਦੀ ਹੈ ਵੀ ਕੰਮ ਨਹੀਂ ਕਰਦੇ, ਬਸ ਇਸ ਤਰ੍ਹਾਂ ਫਿਰੀ ਜਾਂਦੇ ਨੇ, ਮੂਰਖਤਾ ਅਤੇ ਬਹੁਤੇ ਖਾਣ ਦੀ ਰੁਚੀ, ਬਹੁਤ ਸਾਰੇ ਵਿਸ਼ੇ ਸਿੱਠਣੀਆਂ ਵਿੱਚ ਚੁਣੇ ਜਾਂਦੇ ਹਨ। ਜਾਂਜੀਆਂ ਨੂੰ ਖਲ ਕੁੱਟ ਦਿਓ। ਇਸ ਸਿੱਠਣੀ ਵਿੱਚ ਕਿਸ ਉੱਤੇ ਕਿਹੜੀ ਕਿਹੜੀ ਗੱਲੋਂ ਵਿਅੰਗ ਕੱਸਿਆ ਗਿਆ ਹੈ? ਇਸ ਸਿੱਠਣੀ ਵਿੱਚ ਜਾਂਜੀਆਂ ਉੱਤੇ ਉਹਨਾਂ ਦੇ ਖਾ ਖਾ ਕੇ ਨਾ ਰੱਜਣ ਉੱਤੇ ਵਿਅੰਗ ਕੱਸਿਆ ਜਾਂਦਾ ਹੈ। ਮਤਲਬ ਉਹ ਭੁੱਖੇ ਨੇ, ਉਹਨਾਂ ਦੇ ਪਰਿਵਾਰ ਦਾ ਜੋ ਪਿਛੋਕੜ ਹੈ ਇੱਕ ਭੁੱਖਿਆਂ ਦਾ, ਇਸ ਕਰਕੇ ਉਹਨਾਂ ਨੂੰ ਖਾਣ ਨੂੰ ਮਿਲਿਆ ਵੀ ਉਹ ਬਹੁਤ ਖਾ ਰਹੇ ਨੇ, ਹੈ ਨਾ। ਸਿੱਠਣੀਆਂ ਵਿੱਚ ਖਾਣ ਪੀਣ ਸੰਬੰਧੀ ਕੀ ਮਖੌਲ ਕੀਤਾ ਹੁੰਦਾ ਹੈ? ਅਜਿਹੀ ਕਿਸੇ ਇੱਕ ਸਿੱਠਣੀ ਦੀ ਉਦਾਹਰਨ ਦਿਓ। ਬੱਚੋ ਬਹੁਤ ਸਾਰੇ ਮਖੌਲ ਕੀਤੇ ਜਾਂਦੇ ਨੇ ਸਿੱਠਣੀਆਂ ਦੇ ਵਿੱਚ ਖਾਣ ਪੀਣ ਦੇ ਸੰਬੰਧੀ। ਜਿਵੇਂ ਇਹਨਾਂ ਨੇ ਕਿਹਾ ਵੀ ਜਾਂਜੀਓ ਮਾਂਜੀਓ ਕਿਹੜੇ ਵੇਲੇ ਹੋਏ ਨੇ, ਖਾ ਖਾ ਕੇ ਰੱਜੇ ਨਾ, ਢਿੱਡ ਨੇ ਕੇ ਟੋਏ ਨੇ, ਨਿੱਕੇ ਨਿੱਕੇ ਮੂੰਹ ਨੇ, ਢਿੱਡ ਨੇ ਕੇ ਖੂਹ ਨੇ, ਖਾ ਰਹੇ ਹੋ ਤਾਂ ਉੱਠੋ ਸਹੀ। ਜਾਂਜੀਆਂ ਨੂੰ ਖਲ ਕੁੱਟ ਦਿਓ ਜਿਨ੍ਹਾਂ ਤੌਣ ਪੱਕੀ ਸਿਰ ਖਾਣਾ। ਠੀਕ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਸਿੱਠਣੀਆਂ ਨੇ ਬੱਚਿਓ ਜੋ ਖਾਣ ਪੀਣ ਦੇ ਸੰਬੰਧੀ ਨੇ। ਠੀਕ ਹੈ। ਫਿਰ ਉਸ ਤੋਂ ਬਾਅਦ ਆ ਗਿਆ ਜਾਂਜੀਆਂ ਦੀ ਲਾਜ ਦੇ ਭਾਵ ਨੂੰ ਕਿਹੜੀ ਕਿਹੜੀ ਗੱਲ ਕਹਿ ਕੇ ਟੁੰਬਿਆ ਗਿਆ ਹੈ? ਜਾਂਜੀਆਂ ਦੀ ਲਾਜ ਨੂੰ ਲਾੜੇ ਦੇ ਕਾਲੇ ਰੰਗ, ਕਰੂਪਤਾ, ਭੁੱਖ, ਬਿਨਾਂ ਵਾਜਿਓ ਆਉਣ ਅਤੇ ਵਰੀ ਵਿੱਚ ਨਕਲੀ ਗਹਿਣੇ ਲਿਆਉਣ ਦੀਆਂ ਗੱਲਾਂ ਕਹਿ ਕੇ ਟੁੰਬਿਆ ਗਿਆ ਹੈ। ਸਿੱਠਣੀਆਂ ਵਿੱਚ ਕਿਹੜੇ ਕਿਹੜੇ ਪ੍ਰਕਿਰਤਿਕ ਹਵਾਲੇ ਮਿਲਦੇ ਹਨ?
ਸਿੱਠਣੀਆਂ ਵਿੱਚ ਤੂਤ, ਟਾਹਲੀ ਆਦਿ ਰੁੱਖਾਂ, ਡੱਡੂ ਤੇ ਚਮਚੜਿਕ ਆਦਿ ਜੀਵਾਂ, ਵੈੜਕਾ ਆਦਿ ਪਸ਼ੂਆਂ ਅਤੇ ਕਰੇਲੇ, ਕੱਦੂ ਤੇ ਗੁੱਲੀਆਂ ਆਦਿ ਸਬਜ਼ੀਆਂ ਤੋਂ ਇਲਾਵਾ ਛੱਪੜ, ਖੂਹ, ਪੱਤੇ, ਟੋਏ, ਮਿਰਚਾਂ, ਮੱਖੀ, ਖੱਪਰ ਆਦਿ ਦੇ ਪ੍ਰਕਿਰਤਿਕ ਹਵਾਲੇ ਮਿਲਦੇ ਹਨ। ਮਤਲਬ ਕੁਦਰਤੀ ਜੋ ਚੀਜ਼ਾਂ ਹਨ, ਠੀਕ ਹੈ ਨਾ, ਅਤੇ ਉਹਨਾਂ ਨੂੰ ਕਿੱਦਾਂ ਇਹਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਸੱਭਿਆਚਾਰ ਨੂੰ ਪਿਆਰ ਕਰੋਗੇ, ਇਸ ਦੀ ਅਮੀਰੀ ਦੇ ਵਿੱਚ ਹੋਰ ਆਪਣਾ ਸਹਿਯੋਗ ਦਿਓਗੇ। ਠੀਕ ਹੈ, ਧੰਨਵਾਦ।